कुंवर विजय प्रताप सिंह नूं पासे कर दिता गया। नंबर 1। नंबर 2, जिहड़ी हुण तक इन्हें जांच कीती सी, चलान पेश कीता सी, उहनूं रद्द कर दिता गया। नंबर 3, बड़ी सख्ती नाल कहा गया कि जां तां इहनूं पासे करके नवां कोई ऑफिसर जिहड़ा वा आईओ लाओ, जां असीं जिहड़ा जे नहीं करते ते असीं इहदी इन्वेस्टिगेशन हरियाणा पुलिस नूं देवांगे, नहीं होया ते असीं सीबीआई नूं देवांगे। ਇਹ ਜਿਹੜਾ ਇੱਕ ਹਵਾਲਦਾਰ ਵੀ ਆਉਂਦਾ ਨਾ ਜਦੋਂ ਪੰਜਾਬ ਪੁਲਿਸ ਦੇ ਵਿੱਚ, ਉਹਨੂੰ ਵੀ ਪਤਾ ਹੁੰਦਾ ਕਿ ਜੇ ਇੱਕ ਹੀ ਘਟਨਾ ਹੁੰਦੀ ਹੈ ਨਾ, ਇੱਕ ਘਟਨਾ ਦੇ ਸੰਬੰਧ ਦੇ ਵਿੱਚ ਇੱਕ ਹੀ ਐਫਆਈਆਰ ਦਰਜ ਕੀਤੀ ਜਾਂਦੀ ਆ, 2 ਐਫਆਈਆਰ ਜਿਹੜੀਆਂ ਉਹ ਦਰਜ ਨਹੀਂ ਕੀਤੀਆਂ ਜਾਂਦੀਆਂ। ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਇਹ ਦਾਵਾ ਕਰਦੇ ਨੇ ਕਿ ਉਹਨਾਂ ਨੂੰ ਤਾਂ ਭਾਰਤ ਦਾ ਸੰਵਿਧਾਨ ਮੂਲ-ਜ਼ਬਾਨੀ ਯਾਦ ਹੈ, ਤਾਂ ਇਹ ਚੀਜ਼ਾਂ ਉਹਨਾਂ ਨੂੰ ਕਿਉਂ ਨਹੀਂ ਪਤਾ ਸੀ ਕਿ ਉਹ ਪਰਤ ਦਰ ਪਰਤ ਜਿਹੜਾ ਹੈਗਾ ਹਰ ਪੜਾਅ ਦੇ ਉੱਤੇ ਉਹ ਇਹ ਇੱਕ ਚੋਰ ਮੋਰੀਆਂ ਛੱਡਦੇ ਜਾ ਰਹੇ ਨੇ, ਜਿਹੜੀਆਂ ਕਦੇ ਵੀ ਗੁਰਪ੍ਰੀਤ ਸਿੰਘ ਵਰਗੇ ਐਸਐਚਓ ਨੇ ਆਪਣੇ ਕੇਸ ਦੇ ਵਿੱਚ ਫੜ ਲੈਣੀਆਂ ਨੇ। ਜਿਹੜੀ ਉਹ ਵਾਰ-ਵਾਰ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਹਾਈ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਕਾਨੂੰਨੀ ਤੌਰ ਤੇ ਕੀ ਉਹਨਾਂ ਦੀ ਗੱਲ 'ਚ ਵਜਨ ਹੈ? ਕੀ ਇੱਕ ਜਾਂਚ ਅਫਸਰ ਜਾਂਚ ਦੌਰਾਨ ਕਿਸੇ ਨਿੱਜੀ ਵਕੀਲ ਨੂੰ, ਭਾਵੇਂ ਉਹ ਐਚਐਸ ਫੂਲਕਾ ਹੋਵੇ, ਭਾਵੇਂ ਐਚਐਸ ਬਾਠ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਕਿ ਉਸ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕਰ ਸਕਦਾ? ਕੀ ਇੱਕ ਆਈਪੀਐਸ ਅਫਸਰ ਦਾ ਇੱਕ ਵਾਰ ਕਹਿ ਲਓ, ਚਾਹੇ 5 ਵਾਰ ਕਹਿ ਲਓ, ਚਾਹੇ 50 ਵਾਰ ਕਹਿ ਲਓ, ਭਾਵੇਂ 100 ਵਾਰ ਕਹਿ ਲਓ, ਇਸ ਤਰ੍ਹਾਂ ਗਵਰਨਰ ਨੂੰ ਮਿਲਣਾ ਕੀ ਇਹ ਵੀ ਸੰਵਿਧਾਨਕ ਤੌਰ ਦੇ ਉੱਤੇ ਜਾਇਜ਼ ਹੈ? ਇਸ ਸਟੇਟਸ ਦਾ ਜਿਹੜਾ ਆਫੀਸਰ ਹੈ ਉਹਦੇ ਕੋਲ ਜਿਹੜੀ ਮਾੜੀ ਮੋਟੀ ਇਰਰ ਦਾ ਹੋ ਸਕਦੀ, ਮਿਸਟੇਕ ਤਾਂ ਹੋ ਸਕਦੀ, ਬਲੰਡਰਸ ਨਹੀਂ ਉਹਦੇ ਕੋਲ ਹੁੰਦੇ। ਤੁਸੀਂ ਇਸ ਕੇਸ ਦੇ ਵਿੱਚ ਬਲੰਡਰਸ ਕੀਤੇ ਗਏ ਆ। ਕਿਹਦੇ ਵੱਲੋਂ? ਆਈਓ ਵੱਲੋਂ, ਕੁੰਵਰ ਵਿਜੇ ਪ੍ਰਤਾਪ ਵੱਲੋਂ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ 'ਚ ਬਹਿਬਲ ਕਲਾਂ ਗੋਲੀकांड, ਕੋਟਕਪੂਰਾ ਗੋਲੀकांड ਤੇ ਉਸ ਤੋਂ ਪਹਿਲਾਂ ਵਾਪਰੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸ ਜਾਂ ਮੋਰਚਾ ਲੱਗਿਆ ਸੀ, ਉਸ ਮਾਮਲੇ ਦੇ ਵਿੱਚ ਜੋ ਤਾਜ਼ਾ ਘਟਨਾਕ੍ਰਮ ਚੱਲ ਰਿਹਾ ਹੈ ਉਸ ਨੂੰ ਲੈ ਕੇ ਇਸ ਤਰ੍ਹਾਂ ਦਾ ਵਿਵਾਦ ਜਿਹੜੇ ਨਿੱਤ ਸਾਹਮਣੇ ਆ ਰਹੇ ਨੇ, ਜਿਸ ਨਾਲ ਛਛੋਪੰਜ ਦੀ ਸਥਿਤੀ ਪੈਦਾ ਹੋ ਰਹੀ ਹੈ ਕਿ ਆਖਰਕਾਰ ਸੱਚਾਈ ਕੀ ਹੈ ਤੇ ਝੂਠ ਕੀ ਹੈ। ਇਸ ਤੋਂ ਪਰਦਾ ਲਾਉਣ ਵਾਸਤੇ ਅਸੀਂ ਇਹ ਉਚੇਚੀ ਗੱਲਬਾਤ ਆਪਣੇ ਸਟੂਡੀਓ 'ਚ ਰੱਖੀ ਹੈ। ਕਿਹਾ ਜਾ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਆਈਪੀਐਸ ਅਧਿਕਾਰੀ ਨੇ ਜੋ ਕਿ ਸਿੱਟ ਦੇ ਅਹਿਮ ਮੈਂਬਰ ਨੇ ਸਨ, ਉਹਨਾਂ ਨੂੰ ਹਟਾਉਣਾ ਜਿਹੜਾ ਹੈਗਾ ਬੜਾ ਗਲਤ ਹੋਇਆ। ਪੰਜਾਬ ਸਰਕਾਰ ਨੇ ਉਹਨਾਂ ਦੀ ਸਮੇਂ ਸਿਰ ਸਹੀ ਤਰ੍ਹਾਂ ਮਦਦ ਨਹੀਂ ਕੀਤੀ। ਕੁਝ ਨਿੱਜੀ ਵਕੀਲਾਂ ਨੇ ਜੋ ਸਿੱਖ ਹਿਤੈਸ਼ੀ ਹੋਣ ਦਾ ਦਮ ਭਰਦੇ ਨੇ, ਉਹਨਾਂ ਨੇ ਵੀ ਉਹਨਾਂ ਨੂੰ ਅਣਗੌਲਿਆ ਕੀਤਾ ਹੈ ਤੇ ਸਰਕਾਰ ਜਿਹੜੀ ਹੈ ਬੜੇ ਹੀ ਮਹਿੰਗੇ ਭਾਅ ਦੇ ਵਕੀਲ ਲਿਆ ਕੇ ਇਹ ਕੇਸ ਲੜਦੀ ਰਹੀ। ਪਰ ਇਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਇਹਨਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਹੀ ਸਿੱਟ ਤੋਂ ਲਾਂਭੇ ਕਰ ਦਿੱਤਾ, ਜਿਸ ਚੋਂ ਰੋਸ ਵਜੋਂ ਕਹਿ ਲਓ ਜਾਂ ਨਮੋਸ਼ੀ ਵਜੋਂ ਕਹਿ ਲਓ, ਇਹਨਾਂ ਨੇ ਆਪਣਾ ਆਈਪੀਐਸ ਦਾ ਅਹੁਦਾ ਹੀ ਪਹਿਲਾਂ ਹੀ ਜਿਹੜਾ ਹੈਗਾ, ਜਿਹੜੀ ਅਗੇਤੀ ਰਿਟਾਇਰਮੈਂਟ ਹੁੰਦੀ ਹੈ, ਸੇਵਾ ਮੁਕਤੀ ਹੁੰਦੀ ਹੈ, ਉਹ ਲੈ ਕੇ ਤਿਆਗਣ ਦਾ ਐਲਾਨ ਕਰ ਦਿੱਤਾ। ਇਹਨਾਂ ਦਾ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰਕੇ ਭੇਜਿਆ ਜਾ ਚੁੱਕਾ। ਕੇਂਦਰੀ ਗ੍ਰਹਿ ਮੰਤਰੀ ਨੇ ਇਸ ਨੂੰ ਮਨਜ਼ੂਰ ਕਰਨਾ ਹੈ। ਕੁਝ ਹੋਰ ਤਕਨੀਕੀ ਅੜਿੱਕੇ ਨੇ, ਜਿਸ ਕਾਰਨ ਹਾਲ ਦੀ ਘੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈਪੀਐਸ ਨੇ ਜੋ ਉਹ ਪੰਜਾਬ ਸਰਕਾਰ ਦੀ ਸੇਵਾ ਦੇ ਵਿੱਚ ਹਨ। ਸੇਵਾ ਉਹਨਾਂ ਦੀ ਹਾਲਾਂਕਿ ਆਈਪੀਐਸ ਵਜੋਂ ਕੇਂਦਰ ਤੋਂ ਨਿਰਧਾਰਤ ਹੁੰਦੀ ਹੈ, ਕੇਂਦਰ ਤੋਂ ਹੀ ਜਿਹੜੀ ਹੈਗੀ ਆ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹਦੀ ਕੇਂਦਰ ਤੋਂ ਹੀ ਹੁੰਦੀ ਹੈ, ਪਰ ਉਹ ਪੰਜਾਬ ਸਰਕਾਰ ਦੇ ਇੱਕ ਪੁਲਿਸ ਅਧਿਕਾਰੀ ਵਜੋਂ ਅੱਜ ਵੀ ਉਹ ਆਪਣੇ ਅਹੁਦੇ ਤੇ ਨੇ। ਹੁਣ ਅਸੀਂ ਅੱਗੇ ਗੱਲ ਕਰਨੀ ਹੈ ਕਿ ਕੀ ਇਹ ਜੋ ਗੱਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਆਪਣਾ ਅਸਤੀਫਾ ਅਸਲੀ ਅਥਾਰਟੀ ਜਿਹੜੀ ਹੈਗੀ ਹੈ ਕੇਂਦਰੀ ਗ੍ਰਹਿ ਮੰਤਰੀ ਉਸ ਵੱਲੋਂ ਪ੍ਰਵਾਨ ਕੀਤੇ ਜਾਣ ਤੋਂ ਪਹਿਲਾਂ ਹੀ ਮੀਡੀਆ ਦੇ ਵਿੱਚ ਜਨਤਕ ਤੌਰ ਤੇ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਕਰ ਰਹੇ ਨੇ, ਕਿ ਉਹ ਉਹਨਾਂ ਨੂੰ ਸ਼ੋਭਦੀਆਂ ਨੇ? ਦੂਜੀ ਗੱਲ ਕਿ ਜੋ ਉਹ ਇਹ ਸਾਰਾ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ ਤਾਂ ਅਸਲੀ ਦੋਖੀਆਂ ਨੂੰ, ਅਸਲੀ ਦੋਸ਼ੀਆਂ ਨੂੰ ਗਲਮੇ ਤੋਂ ਫੜ ਲਿਆ ਸੀ, ਪਰ ਉਹਨਾਂ ਨੂੰ ਜਦੋਂ ਫੜਨ ਦੀ ਵਾਰੀ ਆਈ ਤਾਂ ਉਹਨਾਂ ਦੇ ਉੱਪਰਲਿਆਂ ਨੇ ਹੱਥ ਖਿੱਚ ਲਿਆ। ਦੂਜੀ ਗੱਲ, ਅਦਾਲਤ ਖਾਸ ਕਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਬੈਂਚ ਨੇ, ਜਿਹੜੇ ਜੱਜ ਨੇ, ਉਹਨਾਂ ਨੂੰ ਸਿੱਟ ਤੋਂ ਲਾਂਭੇ ਕੀਤਾ ਹੈ। ਹਾਲਾਂਕਿ ਉਹਦੀ ਜਜਮੈਂਟ ਆਣੀ ਹੈ, ਮੇਰੇ ਖਿਆਲ 'ਚ ਕੋਟਕਪੂਰਾ ਦੇ ਕੇਸ ਤੋਂ ਬਾਅਦ ਆਉਣੀ ਹੈ ਉਹ। ਉਸ ਦੇ ਉੱਤੇ ਕੀ ਉਹਨਾਂ ਨੇ ਵੀ ਬੇਇਨਸਾਫੀ ਕੀਤੀ ਹੈ ਕਿ ਉਹਨਾਂ ਨੇ ਵੀ ਉਹ ਜੋ ਉਹਨਾਂ ਨੂੰ ਅਖਤਿਆਰ ਨੇ, ਕਾਨੂੰਨੀ ਅਖਤਿਆਰ ਨੇ, ਸੰਵਿਧਾਨਕ ਅਖਤਿਆਰ ਨੇ, ਕਿ ਉਹਨਾਂ ਤੋਂ ਬਾਹਰ ਜਾ ਕੇ ਐਸੀ ਜਜਮੈਂਟ ਦੇ ਦਿੱਤੀ ਹੈ। ਆਪਾਂ ਅਕਸਰ ਕਹਿੰਦੇ ਆ ਕਿ ਅਦਾਲਤਾਂ ਵੀ ਬੇਇਨਸਾਫੀ ਕਰ ਦਿੰਦੀਆਂ ਨੇ, ਪਰ ਅਦਾਲਤਾਂ ਇਨਸਾਫ ਵੀ ਕਰਦੀਆਂ ਨੇ। ਜਿਵੇਂ
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਸਲਾਖਾਂ ਪਿੱਛੇ ਕਰ ਦਿੱਤਾ ਸੀ। ਹਾਲਾਂਕਿ ਕੇਸ ਬੜਾ ਪੇਚੀਦਾ ਸੀ। ਕਿਉਂਕਿ ਬਲਾਤਕਾਰ ਦਾ ਕੇਸ ਸੀ, ਬੜੇ ਸਾਲ ਪੁਰਾਣਾ ਸੀ, ਉਸ 'ਚ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਸੀ, ਬੜੇ ਹੀ ਲਕੂਨੇ ਸੀ ਉਸ 'ਚ। ਇਸ ਦੇ ਬਾਵਜੂਦ ਵੀ ਇਹ ਵੀ ਇੱਕ ਭਾਰਤੀ ਅਦਾਲਤ ਦਾ ਹੀ ਫੈਸਲਾ ਸੀ। ਇਸ ਤੋਂ ਇਲਾਵਾ ਬਹੁਤ ਵੱਡੇ ਫੈਸਲੇ ਅਦਾਲਤਾਂ ਨੇ ਕੀਤੇ ਨੇ। ਇਸ ਮੁੱਦੇ ਦੇ ਉੱਤੇ ਅੱਜ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਵਿਸ਼ੇਸ਼ ਤੌਰ ਤੇ ਬਣੇ ਹੋਏ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮਵਰ ਵਕੀਲ ਐਡਵੋਕੇਟ HS ਬਾਠ ਹੁਣੀ। ਬਾਠ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਬਾਠ ਸਾਹਿਬ, ਇਹ ਥੋੜੀ ਜਿਹੀ ਭੂਮਿਕਾ ਬਣਨੀ ਬਹੁਤ ਜ਼ਰੂਰੀ ਸੀ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ, ਉਸ ਤੋਂ ਜਿਹੜਾ ਹੈਗਾ 605 ਇਸ ਕੇਸ 'ਚ ਵੱਧਦੀ ਜਾ ਰਹੀ ਹੈ। ਇਦਾਂ ਲੱਗ ਰਿਹਾ ਹੈ ਕਿ ਬਹੁਤ ਵੱਡੇ ਧਿਰ, ਖਾਸ ਕਰ ਪੰਜਾਬ ਸਰਕਾਰ, ਸਿੱਖ ਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਵਕੀਲ, ਜਾਂ ਲੱਗਦਾ ਹੈ ਕਿ ਸਾਰਾ ਚੁਗਿਰਦਾ ਹੀ ਜਿਹੜਾ ਹੈਗਾ ਸਰਕਾਰੀ ਤੰਤਰ ਦਾ ਚੁਗਿਰਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਜਿਹੜਾ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਖਿਲਾਫ ਸੀ। ਤੇ ਇਹ ਇੱਕ ਅਧਿਕਾਰੀ ਸੱਚਾ ਸੁੱਚਾ ਸੀ ਤੇ ਇਸ ਨੂੰ ਸੰਵਿਧਾਨ ਦੇ ਉੱਤੇ ਬਹੁਤ ਪਕੜ ਹੈ, ਇਸ ਨੂੰ ਆਪਣੇ ਸੇਵਾ ਨਿਯਮਾਂ ਦੀ ਪੂਰੀ ਜਾਣਕਾਰੀ ਹੈ ਤੇ ਇਸ ਨੇ ਜਿਹੜਾ ਹੈਗਾ ਕੇਸ ਤਨਦੇਹੀ ਨਾਲ ਜਿਹੜਾ ਹੈਗਾ ਜਾਂਚ ਤਨਦੇਹੀ ਨਾਲ ਕੀਤੀ, ਪਰ ਅੰਜਾਮ ਜਿਹੜਾ ਹੈਗਾ ਕਿਸੇ ਹੋਰ ਪਾਸੇ ਜਾ ਰਿਹਾ ਹੈ। ਪਹਿਲੀ ਗੱਲ, ਹਾਈ ਕੋਰਟ ਦਾ ਆਰਡਰ ਹਾਲੇ ਆਇਆ ਨਹੀਂ, ਪਰ ਜੋ ਸਪੀਕਿੰਗ ਆਰਡਰ ਆਇਆ ਹੈ ਉਹਦੇ ਆਧਾਰ ਤੇ ਜੋ ਡਿਵੈਲਪਮੈਂਟ ਹੋਈਆਂ ਨੇ, ਲਾਂਭੇ ਕੀਤਾ ਗਿਆ ਹੈ, ਉਸ ਆਰਡਰ ਦੇ ਉੱਤੇ ਤੁਸੀਂ ਕਾਨੂੰਨੀ ਨੁਕਤੇ ਨਿਗਾਹ ਤੋਂ ਕੀ ਟਿੱਪਣੀ ਦੇਣਾ ਚਾਹੋਗੇ? ਨੀਲ ਜੀ, ਇਹ ਜਿਹੜਾ ਬਹੁਤ ਹੀ ਚਰਚਿਤ ਇਸ਼ੂ ਆ, ਜਦੋਂ ਤੋਂ ਹਾਈ ਕੋਰਟ ਦਾ ਫੈਸਲਾ ਆਇਆ, ਇਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਡਿਸਕਸ ਹੋ ਰਿਹਾ, ਵਿਚਾਰ ਵਟਾਂਦਰਾ ਇਹਦੇ ਤੇ ਹੋ ਰਿਹਾ। ਈਵਨ ਕੱਲੇ ਪੰਜਾਬ 'ਚ ਹੀ ਨਹੀਂ, ਜਿੱਥੇ ਵੀ ਪੰਜਾਬੀ ਬੈਠੇ ਆ, ਪੰਜਾਬ ਦੇ ਹਿਤੈਸ਼ੀ ਬੈਠੇ ਆ, ਉੱਥੇ ਹੀ ਇਸ ਗੱਲ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ। ਜਦੋਂ ਇਹ ST ਬਣਾਈ ਸੀ, ਸਿੱਟ ਬਣਾਈ ਸੀ, ਤਾਂ ਉਸ ਵੇਲੇ ਪੰਜਾਬ ਦੇ ਲੋਕਾਂ ਨੂੰ ਇਹ ਥੋੜਾ ਜਿਹਾ ਵਿਸ਼ਵਾਸ ਹੋਇਆ ਕਿ ਸ਼ਾਇਦ ਜਿਹੜੀਆਂ ਉੱਥੇ ਘਟਨਾਵਾਂ ਹੋਈਆਂ ਨੇ ਉਹਦੇ ਵਿੱਚ ਨਿਆਂ ਹੋਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਹਦੇ ਵਿੱਚ ਸਜ਼ਾ ਮਿਲੇ। ਲੰਬਾ ਸਮਾਂ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਚੱਲੀ। ਹਾਂ, ਉਸ ਵੇਲੇ ਵੀ ਤੇ ਅੱਜ ਵੀ ਕੁਝ ਲੋਕਾਂ ਨੂੰ ਹੈ ਕਿ ਜਿਹੜਾ IPS ਆਫੀਸਰ ਆ ਕੁੰਵਰ ਵਿਜੇ ਪ੍ਰਤਾਪ ਸਿੰਘ, ਇਹ ਬੜਾ ਇਮਾਨਦਾਰ ਹੈ, ਬੜਾ ਬੋਲਡ ਹੈ, ਬਹਾਦਰ ਹੈ ਤੇ ਇਹ ਜਿਹੜਾ ਵਾ ਨਿਆਂ ਕਰੂਗਾ ਤੇ ਇਹ ਜਿਹੜੀ ਸਿੱਟ ਦੀ ਜਿਹੜੀ ਇਨਵੈਸਟੀਗੇਸ਼ਨ ਆ, ਇਹਦਾ ਜਿਹੜਾ ਅੰਤਮ ਜਿਹੜਾ ਅੰਜਾਮ ਤੱਕ ਲੈ ਕੇ ਜਾਊਗੀ ਔਰ ਨਿਆਂ ਇਹਦੇ ਵਿੱਚ ਹੋਏਗਾ ਜੀ। ਹੁਣ ਵੇਖੋ ਜੀ ਕਿ 3 ਸਾਲ ਦੇ ਤੋਂ ਵੱਧ ਸਮੇਂ ਤੋਂ ਬਾਅਦ ਜਿਹੜਾ ਹਾਈ ਕੋਰਟ ਨੇ ਉਹਦੀ ਸਾਰੀ ਕੀਤੀ ਕਰਾਈ ਜਿਹੜੀ ਆ ਉਹ ਖੂਚ ਪਾ ਦਿੱਤੀ, ਉਹ ਰੱਦ ਕਰ ਦਿੱਤੀ। ਦੇਖੋ, ਜਿਹੜੀ ਚੀਜ਼ ਜਿਹੜੀ ਆ, ਤੁਸੀਂ ਇਹ ਵੀ ਇਸ ਵਾਸਤੇ ਜ਼ਿੰਮੇਵਾਰ ਕੌਣ ਹੈ? ਮੈਂ ਦੱਸ ਰਿਹਾ। ਤੁਸੀਂ ਦੇਖੋ, ਇਹ ਕੇਸ ਜਿਹੜਾ ਪਾਇਆ ਵਾ, ਜਿਹੜਾ ਉੱਥੇ SHO ਸੀ ਉਸ ਵੇਲੇ ਗੁਰਦੀਪ ਸਿੰਘ, ਉਹਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ, ਇਹ ਮੰਗ ਕੀਤੀ ਕਿ ਜਿਹੜਾ ਚਲਾਨ ਪੇਸ਼ ਕੀਤਾ, ਚਲਾਨ ਦਾ ਮਤਲਬ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਹੋਈ ਹੈ ਉਹ ਸਾਰੇ ਨੂੰ ਰੱਦ ਕੀਤਾ ਜਾਵੇ, ਕੁੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਵਾ ਸਿੱਟ ਤੋਂ ਪਾਸੇ ਕੀਤਾ ਜਾਵੇ ਤੇ ਇਸ ਕਰਕੇ ਇਹਦੀ ਜਿਹੜੀ ਹੈ ਪੂਰੀ ਨਵੇਂ ਸਿਰੇ ਤੋਂ ਜਾਂਚ ਹੋਵੇ, ਜਿਹੜੀ CBI ਨੂੰ ਦਿੱਤੀ ਜਾਵੇ ਜੀ। ਜੱਜ ਸਾਹਿਬ ਨੇ ਮੋਟੇ ਤੌਰ ਤੇ, ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹਦੀ ਡਿਟੇਲ ਜਿਹੜੀ ਹੈ, ਜਿਹੜੀ ਡਿਟੇਲ ਜਜਮੈਂਟ ਆ, ਕੀ ਕਾਰਨ ਹੈ ਉਹਦੇ ਵਿੱਚ, ਕੀ ਫਾਈਂਡਿੰਗ ਹੈ, ਕੀ ਰੀਜ਼ਨਿੰਗ ਦਿੱਤੀ ਹੈ ਜੱਜ ਸਾਹਿਬ ਨੇ, ਉਹ ਤਾਂ ਇੱਕ ਫਾਰਮੈਲਿਟੀ ਰਹਿ ਗਈ। ਉਹ ਆਏਗੀ ਤਾਂ ਉਹ ਸਾਰਾ ਕੁਝ ਹੋਰ ਦੇਖਿਆ ਜਾਵੇਗਾ। ਹੋ ਸਕਦਾ ਕਿ ਹੋਰ ਵੀ ਜਿਹੜੇ ਪੜਦੇ ਆ, ਜੋ ਹੁਣ ਤੱਕ ਚੀਜ਼ਾਂ ਹੋਈਆਂ ਨੇ, ਉਹ ਪੜਦੇ ਹੋਰ ਚੁੱਕੇ ਜਾਣ ਤੇ ਹੋਰ ਸੱਚ ਜਿਹੜਾ ਸਾਹਮਣੇ ਆਵੇ ਜੀ। ਪਰ ਜਿਹੜਾ ਫੈਕਟ ਹੈ, ਜਿਹੜਾ ਆਪਰੇਟਿੰਗ ਪਾਰਟ ਜਿਹਨੂੰ ਅਸੀਂ ਕਹਿੰਦੇ ਆ, ਫੈਸਲੇ ਦਾ, ਜੱਜਮੈਂਟ ਦਾ ਜਿਹੜਾ ਆਪਰੇਟਿੰਗ ਪਾਰਟ ਹੁੰਦਾ, ਆਪਰੇਟਿੰਗ ਪਾਰਟ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਕਰ ਦਿੱਤਾ ਗਿਆ, ਨੰਬਰ 1। ਨੰਬਰ 2, ਜਿਹੜੀ ਹੁਣ ਤੱਕ ਇਹਨੇ ਜਾਂਚ ਕੀਤੀ ਸੀ, ਚਲਾਨ ਪੇਸ਼ ਕੀਤਾ ਸੀ, ਉਹਨੂੰ ਰੱਦ ਕਰ ਦਿੱਤਾ ਗਿਆ। ਨੰਬਰ 3, ਬੜੀ ਸਖਤੀ ਨਾਲ ਕਿਹਾ ਗਿਆ ਕਿ ਜਾਂ ਤਾਂ ਇਹਨੂੰ ਪਾਸੇ ਕਰਕੇ ਨਵਾਂ ਕੋਈ ਆਫੀਸਰ ਜਿਹੜਾ ਵਾ IO ਲਾਓ, ਜਾਂ ਅਸੀਂ ਜਿਹੜਾ ਜੇ ਨਹੀਂ ਕਰਦੇ ਤੇ ਅਸੀਂ ਇਹਦੀ ਇਨਵੈਸਟੀਗੇਸ਼ਨ ਹਰਿਆਣਾ ਪੁਲਿਸ ਨੂੰ ਦੇਵਾਂਗੇ, ਨਹੀਂ ਹੋਇਆ ਤੇ ਅਸੀਂ CBI ਨੂੰ ਦੇਵਾਂਗੇ ਜੀ। ਮਤਲਬ ਜੱਜ ਸਾਹਿਬ ਨੇ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਉੱਤੇ ਉਹਨਾਂ ਨੇ ਬਿਲਕੁਲ ਜਿਹੜਾ ਵਾ ਵਿਸ਼ਵਾਸ ਉਹਨਾਂ ਦਾ ਨਹੀਂ, ਉਹਨਾਂ ਦੀ ਸਹਿਮਤੀ ਉਸ ਗੱਲ ਦੇ ਨਾਲ ਨਹੀਂ ਬਣੀ, ਅਸੰਤੁਸ਼ਟੀ ਹੈ। ਈਵਨ ਇਹ ਰਿਮਾਰਕਸ ਦੇਣਾ ਕਿ ਅਸੀਂ ਹਰਿਆਣੇ ਨੂੰ ਦੇ ਦਾਂਗੇ। ਇਸ ਤੋਂ ਵੱਡੀ ਗੱਲ ਜਿਹੜੀ ਆ, ਪੰਜਾਬ ਦੇ ਉੱਤੇ ਇੱਕ ਸਟਿਗਮਾ, ਪੰਜਾਬ ਸਰਕਾਰ ਦੀ ਜਿਹੜੀ ਇਨਵੈਸਟੀਗੇਸ਼ਨ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਹੈ, ਉਹਦੇ ਉੱਤੇ ਜਿਹੜੀ ਕਾਰਗੁਜ਼ਾਰੀ ਜਿਹੜੀ ਹੈ ਉਹਦੇ ਉੱਤੇ ਇੱਕ ਧੱਬਾ ਜਿਹੜਾ ਇਹ ਲੱਗ ਜਾਂਦਾ। ਜੇ ਇੰਨੀ ਗੱਲ ਕਹਿਣੀ ਵੀ ਕਿ ਤੁਸੀਂ ਜਿਹੜੀ ਹੈ, ਮੇਰਾ ਪੁਆਇੰਟ ਇਹ ਹੈ ਕਿ ਹਾਈ ਕੋਰਟ ਨੂੰ, ਫਾਜ਼ਿਲ ਜੱਜ ਸਾਹਿਬ ਨੂੰ ਇੰਨੀ ਗੱਲ ਕਹਿਣੀ ਕਿਉਂ ਪਈ, ਜਦਕਿ ਜਾਂਚ ਤਾਂ ਘੱਟੋ ਘੱਟ ਸਿੱਟ ਦੇ IPS ਲੈਵਲ ਦੇ ਅਧਿਕਾਰੀਆਂ ਦੇ ਹਵਾਲੇ ਸੀ, ਉਸ ਤੋਂ ਬਾਅਦ SP ਲੈਵਲ ਦੇ ਅਧਿਕਾਰੀ ਵੀ ਸੀ, ਸਾਰੀ ਗੱਲ ਤੁਹਾਡੀ ਜਿਹੜੀ ਹੈ ਬਿਲਕੁਲ ਠੀਕ ਹੈ। ਤੁਸੀਂ ਜਿਹੜੀ ਪਹਿਲਾਂ ਗੱਲ ਕਹੀ ਹੈ ਤੇ ਮੈਂ ਵੀ ਕਹੀ ਹੈ ਕਿ ਉਹ ਜੱਜ ਸਾਹਿਬ ਨੇ ਕਿਉਂ ਇਹ ਕਿਹਾ,
ਉਹ ਤਾਂ ਡਿਟੇਲ ਰੀਜ਼ਨਿੰਗ ਤਾਂ ਜਿਹੜੀ ਆ ਉਹ ਪੂਰੀ ਜੱਜਮੈਂਟ ਦੇ ਵਿੱਚੋਂ ਆਏਗੀ। ਮੈਂ ਜੇ ਤਾਂ ਅਸੀਂ ਸਿਰਫ ਜਿਹੜਾ ਆਪਰੇਟਿੰਗ ਪਾਰਟ ਹੈ ਉਹਦੀ ਗੱਲ ਕਰ ਰਹੇ ਹਾਂ। ਤੁਹਾਡਾ ਜਿਹੜਾ ਸਵਾਲ ਆ ਉਹਦਾ ਸਿੰਬੋਲਿਕ ਅਸੀਂ ਜਿਹੜਾ ਵਾ ਇਹ ਅੰਡਰਸਟੈਂਡ ਕਰ ਸਕਦੇ ਆ, ਪ੍ਰਜ਼ਿਊਮ ਕਰ ਸਕਦੇ ਆ ਕਿ ਜਿਹੜੀ ਉਹ ਇਨਵੈਸਟੀਗੇਸ਼ਨ ਕੀਤੀ ਗਈ ਆ ਉਹਦੇ ਵਿੱਚ ਬਿਗ ਲੂਪ ਹੋਲਸ ਨੇ, ਮੇਜਰ ਲੂਪ ਹੋਲਸ ਨੇ ਉਹਦੇ ਵਿੱਚ। ਇਨਵੈਸਟੀਗੇਸ਼ਨ ਜਿਹੜੀ ਆ ਉਹ ਪ੍ਰੋਪਰ ਨਹੀਂ ਜਿਹੜੀ ਕੀਤੀ ਗਈ, ਤੇ ਜਿਹੜੇ ਰੂਲਸ ਜਿਹੜੇ ਸੀ, ਜਿਹੜਾ ਪ੍ਰੋਸੀਜਰ ਜਿਹੜਾ ਹੁੰਦਾ ਹੈ ਉਹ ਪ੍ਰੋਪਰ ਫਾਲੋ ਨਹੀਂ ਕੀਤਾ ਗਿਆ। ਹਾਂ, ਜਿਹੜੇ ਹੁਣ ਤੁਸੀਂ ਕਿਹਾ ਕਿ ਕੀ ਉਹਦੇ ਵਿੱਚ ਲੂਪ ਹੋਲਸ, ਕਮੀਆਂ ਕੀ ਨੇ, ਕਮੀਆਂ ਕੀ ਨੇ। ਦੇਖੋ, ਇਹਨੂੰ ਬਹੁਤ ਫਾਜ਼ਲ ਅਫਸਰ ਜਿਹੜਾ ਕਿਹਾ ਜਾਂਦਾ, ਪਰ ਦੇਖੋ ਤੁਹਾਡਾ ਨਾ ਹੋਣਾ ਤੇ ਤੁਹਾਡੀ ਜਿਹੜੀ ਆ ਲੋਕਾਂ 'ਚ ਕੰਪਰੈਸ਼ਨ ਜਾਣਾ, ਇਹ ਇੱਕ ਵੱਖਰਾ ਸਵਾਲ ਹੈ। ਤੁਹਾਡੀ ਜਿਹੜੀ ਰਿਜ਼ਲਟ ਕੀ ਹੈ, ਨੈਟ ਰਿਜ਼ਲਟ ਤੁਹਾਡੇ ਕੰਮ ਦਾ ਕੀ ਹੋਇਆ, ਡੈਟ ਇਜ਼ ਵਿਚ ਕਾਊਂਟਸ। ਤੁਹਾਡਾ ਇੰਪ੍ਰੈਸ਼ਨ ਕੁਝ ਵੀ ਹੋਵੇ, ਤੁਸੀਂ ਕਲੇਮ ਕੁਝ ਵੀ ਕਰੀ ਜਾਓ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਓ, ਡੈਟ ਡਜ਼ ਨਾਟ ਮੈਟਰ। ਉਹਦੇ ਤੇ ਹੈ ਕਿ ਤੁਹਾਡੀ ਨੈਟ ਜਿਹੜਾ ਵਾ ਤੁਸੀਂ ਕੀਤਾ ਕੀ ਉਹਦੇ ਵਿੱਚ ਕੀ। ਸਭ ਤੋਂ ਪਹਿਲਾ ਇਸ਼ੂ ਜੀ ਕਿ ਜਦੋਂ ਘਟਨਾ ਹੋਈ ਸੀ ਉਸੇ ਵੇਲੇ ਹੀ ਇੱਕ FIR ਜਿਹੜੀ ਆ ਇਹੀ ਗੁਰਦੀਪ ਸਿੰਘ ਜਿਹੜਾ SHO ਸੀ ਉਹਦੇ ਵੱਲੋਂ ਦਰਜ ਕੀਤੀ ਗਈ 1915 ਦੇ ਵਿੱਚ, 2015 ਦੇ ਵਿੱਚ ਜਦੋਂ ਘਟਨਾ ਹੋਈ ਇਮੀਡੀਏਟ ਜਿਹੜੀ ਆ ਉਸ ਤੋਂ ਬਾਅਦ ਜਿਹੜੀ ਇੱਕ FIR ਦਰਜ ਕੀਤੀ ਗਈ, ਜਿਹੜੀ ਕਿ ਨੈਚੁਰਲੀ ਹੋਣੀ ਸੀ ਕਿਉਂਕਿ ਗੋਲੀ ਚੱਲੀ ਸੀ, ਬੰਦੇ ਜ਼ਖਮੀ ਹੋਏ ਸੀ, ਉਹ ਸਾਰਾ ਕੁਝ ਹੋਇਆ। ਹੁਣ ਇਹਨਾਂ ਨੇ ਜਿਹੜਾ ਹੈ ਜਦੋਂ ਉਸ ਤੋਂ ਬਾਅਦ 3 ਸਾਲ ਬਾਅਦ ਇੱਕ ਨਵੀਂ FIR ਜਿਹੜੀ ਹੈ ਉਹ ਕਰ ਦਿੱਤੀ ਉਸੇ ਕੇਸ ਦੇ ਵਿੱਚ। ਹੁਣ ਜਿਹੜਾ ਬੇਸਿਕ ਜਿਹੜਾ ਲੀਗਲ ਇਸ਼ੂ ਆ, ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਹਦੇ ਮੁਤਾਬਕ ਜਿਹੜਾ ਵਾ ਇਨਵੈਸਟੀਗੇਸ਼ਨ ਹੁੰਦੀ ਹੈ, ਕੇਸ ਦਰਜ ਹੁੰਦੇ ਆ, ਇਹ ਜਿਹੜਾ ਇੱਕ ਹਵਾਲਦਾਰ ਵੀ ਆਉਂਦਾ ਨਾ ਜਦੋਂ ਪੰਜਾਬ ਪੁਲਿਸ ਦੇ ਵਿੱਚ, ਉਹਨੂੰ ਵੀ ਪਤਾ ਹੁੰਦਾ ਕਿ ਜੇ ਇੱਕ ਹੀ ਘਟਨਾ ਹੁੰਦੀ ਹੈ ਨਾ, ਇੱਕ ਘਟਨਾ ਦੇ ਸੰਬੰਧ ਦੇ ਵਿੱਚ ਇੱਕ ਹੀ FIR ਦਰਜ ਕੀਤੀ ਜਾਂਦੀ ਆ, 2 FIR ਜਿਹੜੀਆਂ ਉਹ ਦਰਜ ਨਹੀਂ ਕੀਤੀਆਂ ਜਾਂਦੀਆਂ, ਪਹਿਲਾਂ ਹੀ ਕੱਚਾ ਕਰ ਜਾਂਦੀਆਂ ਕੇਸ ਨੂੰ। ਹੁਣ ਇਹ ਦੇਖੋ, ਇਹ IPS ਆਫੀਸਰ ਆ, ਹਾਂਜੀ, ਇਹਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਜਿਹੜੀ ਪਹਿਲੀ FIR ਦਰਜ ਹੋਈ ਹੈ ਉਹਦੇ ਵਿੱਚ ਜਿਹੜੀ ਜਦੋਂ ਇਨਵੈਸਟੀਗੇਸ਼ਨ ਤੁਸੀਂ ਕਰਦੇ ਹੋ ਤਾਂ ਜਿਹੜਾ ਤੁਸੀਂ ਮੁਦਈ ਹੋ ਉਹਨੂੰ ਦੋਸ਼ੀ ਵੀ ਬਣਾ ਸਕਦੇ ਹੋ। ਤੁਸੀਂ ਉਹ ਪੂਰੀ FIR ਉਲਟ ਕੇ ਜੋ ਨਵੇਂ ਫੈਕਟਸ ਜਿਹੜੇ ਨਿਕਲੇ ਆ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ, ਉਹਦੇ ਮੁਤਾਬਕ ਤੁਸੀਂ ਕੇਸ ਕਰ ਸਕਦੇ ਹੋ। ਆਫੈਂਸ ਜੁਰਮ ਤੁਸੀਂ ਐਡ ਕਰ ਸਕਦੇ ਹੋ, ਦੋਸ਼ੀ ਤੁਸੀਂ ਨਵੇਂ ਜਿਹੜੇ ਆ ਉਹ ਬਣਾ ਸਕਦੇ ਹੋ, ਪੁਰਾਣਾ ਜਿਹੜਾ ਕੋਈ ਨਹੀਂ ਹੈ ਉਹਨੂੰ ਕੱਢ ਸਕਦੇ ਹੋ। ਤੁਸੀਂ ਬੜਾ ਵਿਆਪਕ ਜਿਹੜਾ ਵਾ ਬਹੁਤ ਬ੍ਰੌਡਰ ਜਿਹੜੀ ਤਾਕਤ ਹੈ ਉਹ ਇਨਵੈਸਟੀਗੇਸ਼ਨ ਆਫੀਸਰ ਜਿਹੜਾ ਉਹਦੇ ਕੋਲ ਹੁੰਦੀ। ਪਰ ਨੀਲ ਜੀ ਇਹਦੇ ਵਿੱਚ ਨਵੀਂ FIR ਇਹ ਕਿੱਥੋਂ ਆ ਗਈ? ਮੈਨੂੰ ਹੁਣ ਇਹ ਆਪਾਂ ਨਹੀਂ ਕਹਿ ਸਕਦੇ ਹੈ, ਕਿਸੇ ਦੇ ਅੰਦਰ ਵੜ ਕੇ ਤਾਂ ਆਪਾਂ ਵੇਖ ਨਹੀਂ ਸਕਦੇ ਕਿ ਇਹ ਜਾਣ ਕੇ ਹੋਇਆ ਨਹੀਂ, ਪਰ ਇਹ 2 ਅਣਜਾਣੇ ਹੋਇਆ। ਇਹਦਾ ਅੰਜਾਮ ਕੀ ਨਿਕਲਿਆ? ਇਹਦਾ ਅੰਜਾਮ ਦੂਜੀ ਮੇਨ ਪੁਆਇੰਟ ਜਿਹੜਾ ਜੱਜ ਸਾਹਿਬ ਨੇ ਜਿਹੜਾ ਵਾ ਉਹਦੇ ਵਿੱਚ ਕਿਹਾ ਕਿ ਯੂ ਕੈਨ ਨਾਟ ਰਜਿਸਟਰ ਸੈਕੰਡ FIR, ਦੂਜੀ FIR। ਵਿਜੇ ਪ੍ਰਤਾਪ ਸਿੰਘ ਦਾ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਸੰਵਿਧਾਨ ਮੂਜਬਾਨੀ ਯਾਦ ਹੈ। ਫਿਰ ਉਹਨਾਂ ਨੂੰ ਹੋਊਗਾ ਸੰਵਿਧਾਨ ਮੂਜਬਾਨੀ ਯਾਦ ਆ ਨਾ, ਸੰਵਿਧਾਨ ਮੂਜਬਾਨੀ ਯਾਦ ਹੋਣ ਦੇ ਨਾਲ ਜਿਹੜਾ ਪ੍ਰੋਸੀਜਰ ਫੋਲੋ ਕਰਨਾ ਹੈ ਉਹ ਤਾਂ ਜਿਹੜਾ ਇੱਕ ਅਲੱਗ ਹੈ ਨਾ। ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹਦੇ ਵਿੱਚ ਕਲੀਅਰਲੀ ਇਹ ਦਿੱਤਾ, ਤੁਸੀਂ ਵੇਖਿਆ ਆਪਣੇ ਪਿੰਡਾਂ ਦੇ ਵਿੱਚ ਨਾ ਛੱਬੀਆਂ ਬਣਦੇ ਆ ਜੀ, ਦੋਵੇਂ ਪਾਸੇ ਛੱਬੀਆਂ ਬਣ ਗਈਆਂ, ਉਹਦੇ ਚ FIR ਇੱਕ ਹੁੰਦੀ ਹੈ ਤੇ FIR ਤੋਂ ਬਾਅਦ ਜੋ ਦੂਜਾ ਵਰਸ਼ਨ ਲਿਖਦੇ ਆ ਨਾ, ਜਿਹੜੇ ਦੂਜੇ ਬੰਦੇ ਜ਼ਖਮੀ ਹੋਏ ਦੂਜੀ ਪਾਰਟੀ ਦੇ ਆ, ਉਹਦੇ ਚ ਜਿਮਨੀ ਲਿਖਦੇ ਆ। ਜਿਮਨੀ ਲਿਖਣ ਤੋਂ ਬਾਅਦ ਲਾਸਟ 4 ਲਾਈਨਾਂ ਪਾਈਆਂ ਹੁੰਦੀਆਂ ਉਹਦੇ ਵਿੱਚ, ਕਿਉਂਕਿ ਇਸ ਘਟਨਾ ਬਾਰੇ ਜਿਹੜੀ ਆ ਪਹਿਲਾਂ ਹੀ ਇੱਕ FIR ਨੰਬਰ ਇੰਨਾ ਦਰਜ ਹੋ ਚੁੱਕਾ, ਇਸ ਕਰਕੇ ਇਹ ਜਿਹੜਾ ਕ੍ਰਾਸ ਕੇਸ ਹੈ ਇਹਦੀ ਜਾਂਚ ਵੀ ਜਿਹੜੀ ਆ ਉਸੇ FIR ਦੇ ਵਿੱਚ ਹੀ ਕੀਤੀ ਜਾਊਗੀ, ਦੂਜੀ FIR ਨਹੀਂ ਹੁੰਦੀ। ਚਾਹੇ ਕਤਲ ਹੋਏ ਹੋਣ ਦੋਨਾਂ ਪਾਰਟੀਆਂ ਦੇ ਵਿੱਚ, ਉਹਦੇ ਵਿੱਚ ਵੀ ਜਿਹੜੀ FIR ਇੱਕ ਹੀ ਜਿਹੜੀ ਰਹਿਣੀ ਹੈ। ਇਹ ਇੱਕ ਵੱਡਾ ਲੀਗਲ ਪੋਲ ਜਿਹੜਾ ਵਾ ਕਿਸ ਤਰ੍ਹਾਂ ਆਇਆ, ਇਹਦਾ ਜਿਹੜਾ ਜਵਾਬ ਜਿਹੜਾ ਵਾ ਉਹ ਤਾਂ ਉਹੀ ਦੇ ਸਕਦੇ ਆ ਵੀ ਇਹ ਕਿਸ ਤਰ੍ਹਾਂ ਆਇਆ ਜਿਹੜੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ, ਜਿਨ੍ਹਾਂ ਨੇ FIR ਦਰਜ ਕੀਤੀ। ਪਰ ਬੇਸਿਕ ਨੈਟ ਰਿਜ਼ਲਟ ਜਿਹੜਾ ਵਾ ਉਹ ਇਹ ਹੈ ਕਿ ਇਹ ਚੀਜ਼ ਨੇ ਜਿਹੜਾ ਸਾਰੇ ਦਾ ਸਾਰਾ ਕੇਸ ਖਰਾਬ ਕਰ ਦਿੱਤਾ, ਕਿਉਂਕਿ ਦੂਸਰੀ FIR ਜਿਹੜੀ ਆ ਉਹ ਹੋ ਹੀ ਨਹੀਂ ਸਕਦੀ। ਪਹਿਲੀ ਦੇ ਵਿੱਚ ਹੀ ਜੋ ਕਰਨਾ ਸੀ, ਚਾਹੇ ਜਿੰਨੇ ਮਰਜ਼ੀ ਦੋਸ਼ੀ ਜਿਹੜੇ ਉਹਦੇ ਵਿੱਚ ਹੋਰ ਨਵੇਂ ਪਾ ਦਿੰਦੇ, ਨਵੇਂ ਜੁਰਮ ਪਾ ਦਿੰਦੇ, ਨਵੇਂ ਫੈਕਟਸ ਲੈ ਆਉਂਦੇ, ਸਾਰਾ ਕੁਝ ਨਵੀਂ ਸਟੋਰੀ ਲੈ ਆਉਂਦੇ, ਨਵੀਂ ਇਨਵੈਸਟੀਗੇਸ਼ਨ ਜੋ ਮਰਜ਼ੀ ਕਰ ਲੈਂਦੇ, ਪਰ ਨਵੇਂ ਗਵਾਹ ਬਣਾ ਲੈਂਦੇ। ਪਰ ਹੁਣ ਉਹਦੇ ਵਿੱਚ ਇੱਕ ਇਹ ਚੀਜ਼ ਜਿਹੜੀ ਆ ਉਹਨਾਂ ਨੇ ਗਲਤ ਕੀਤੀ। ਦੂਸਰਾ ਜਿਹੜਾ ਇਹ ਤੁਸੀਂ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ ਕਿ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗਲਤੀ ਸੀ। ਇਹ ਜਿਹੜਾ ਵੀ ਕੋਈ ਬੰਦਾ ਸੀ, ਮੇਰਾ ਖਿਆਲ ਹੈ ਹੀ ਵਾਸ ਰਿਸਪੌਂਸਿਬਲ, ਹੀ ਵਾਸ ਕੰਡਕਟਿੰਗ ਦੀ ਇਨਵੈਸਟੀਗੇਸ਼ਨ। ਜਾਂ ਪਤਾ ਤਾਂ ਸੀ ਨਾ ਮੈਂ ਜਾਂਚ ਕੀ ਕਰ ਰਿਹਾ, ਉਹੀ ਕਹਿ ਰਿਹਾ ਨਾ, ਹੀ ਇਜ਼ IPS ਆਫੀਸਰ। ਮੈਂ ਤਾਂ ਇਹੀ ਤੁਹਾਨੂੰ ਦੱਸ ਰਿਹਾ ਕਿ ਇੱਕ ਹਵਾਲਦਾਰ ਜਿਹੜਾ ਹੁੰਦਾ ਨਾ ਨਵਾਂ ਪੁਲਿਸ ਦੇ ਵਿੱਚ, ਉਹਨੂੰ ਵੀ ਇਹ ਚੀਜ਼ ਪਤਾ ਹੁੰਦੀ ਹੈ ਕਿ ਨਾ ਇੱਕ ਘਟਨਾ ਦੀ, ਇੱਕ ਕਤਲ ਦੀ, ਇੱਕ
ਕੋਈ ਵੀ ਗੋਲੀ ਚੱਲੀ ਹੈ, ਕੋਈ ਵੀ ਚੀਜ਼ ਹੋਈ ਹੈ, ਉਹਦੇ ਤੇ ਇੱਕ ਹੀ FIR ਜਿਹੜੀ ਆ ਹੋਣੀ ਹੈ। ਤੇ ਇਹ ਤਾਂ IPS ਆਫਿਸਰ ਆ ਪੁਰਾਣਾ, ਜਿਹੜਾ ਬੜਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ, ਸੰਵਿਧਾਨ ਜਿਵੇਂ ਕਹਿੰਦਾ ਜ਼ਬਾਨੀ ਯਾਦ ਆ, CRPC ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹੜਾ ਜ਼ਬਾਨੀ ਮੈਨੂੰ ਯਾਦ ਆ, ਪਰ ਜ਼ਬਾਨੀ ਯਾਦ ਹੋਣ ਦਾ ਤਾਂ ਨਹੀਂ ਨਾ ਹੋਣਾ। ਮੈਂ ਤਾਂ ਇਸੇ ਕਰਕੇ ਤੁਹਾਨੂੰ ਕਹਿ ਰਿਹਾ ਕਿ ਇਹ ਪੋਸੀਬਲ ਨਹੀਂ ਹੈ ਕਿ ਉਹਨੂੰ ਇਸ ਗੱਲ ਦਾ ਪਤਾ ਨਾ ਹੋਵੇ। ਹੁਣ ਕਿਉਂ ਕੀਤਾ ਗਿਆ, ਬਿਹਾਈਂਡ ਦੀ ਕਰਟਨ ਕੀ ਆ, ਪਰਦੇ ਦੇ ਪਿੱਛੇ ਕੀ ਰਾਜ ਸੀ, ਕੀ ਗੱਲਾਂ ਹੋਈਆਂ, ਇਹਦੇ ਬਾਰੇ ਜਿਹੜਾ ਵਾ ਉਹੀ ਦੱਸ ਸਕਦੇ। ਸੈਕੰਡ ਗੱਲ, ਹਾਂਜੀ ਜੀ ਸੈਕੰਡ ਜਿਹੜਾ ਵਾ, ਉਸ ਵੇਲੇ ਚਲਾਨ ਜਿਹੜਾ ਵਾ ਦਿੱਤਾ ਗਿਆ ਜਿਸ ਵੇਲੇ ਇਲੈਕਸ਼ਨ ਕਮਿਸ਼ਨ ਨੇ ਇਸ ਨੂੰ ਇਹਦੀ ਜ਼ਿੰਮੇਵਾਰੀ ਤੋਂ ਪਾਸੇ ਕੀਤਾ ਸੀ। ਮੀਨਸ ਦੇਰ ਬਾਈ ਕਿ ਉਸ ਵੇਲੇ ਇਹ IO ਨਹੀਂ ਸੀ ਹੈ, ਕਿਉਂਕਿ ਜਿਹੜਾ ਵਾ ਇਲੈਕਸ਼ਨ ਕਮਿਸ਼ਨ ਨੇ ਪਰ ਇਹ ਕਹਿੰਦੇ ਸੀ ਵਾਰ-ਵਾਰ ਕਿ ਮੈਨੂੰ ਕੰਮ ਕਰਨ ਤੋਂ ਨਹੀਂ ਰੋਕਿਆ ਸੀ। ਜਦੋਂ ਉਹਨੂੰ ਪਾਸੇ ਕਰ ਦਿੱਤਾ ਤੇ ਕੰਮ ਕਾਹਦੇ ਨਾਲ ਕਰੇਗਾ? ਕੰਮ ਤਾਂ ਜਿਹੜਾ ਦੇਖੋ ਥਾਣੇਦਾਰ ਜਿਹੜਾ ਵਾ ਉਹ ਉਹਨਾਂ ਚਿਰ ਤੱਕ ਹੀ ਕੰਮ ਕਰੇਗਾ ਨਾ ਜਿੰਨਾ ਚਿਰ ਤੱਕ ਉਸ ਪੋਸਟ ਦੇ ਉੱਤੇ ਉਸ ਥਾਣੇ ਦੇ ਵਿੱਚ ਹੈ। ਜਦੋਂ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਜਾਂ ਕੋਈ ਵੀ ਅਥਾਰਟੀ ਕਹਿੰਦੀ ਵੀ ਨਹੀਂ ਤੂੰ ਪਾਸੇ ਹੋ ਜਾ ਜਿੰਨਾ ਚਿਰ ਤੱਕ ਇਲੈਕਸ਼ਨ ਨਹੀਂ ਆਉਂਦੀਆਂ, ਤਾਂ ਇਹਦਾ ਮਤਲਬ ਹੈ ਕਿ ਹੀ ਕੈਨ ਨਾਟ ਡੂ ਇਟ। ਤੇ ਉਹਨੇ ਜਲਦੀ ਦੇ ਵਿੱਚ ਚਲਾਨ ਨੂੰ ਤਿਆਰ ਕਰਕੇ ਕੱਲਾ ਹੀ ਉਹਨੂੰ ਸਾਈਨ ਕਰਕੇ ਬਾਕੀ ਸਾਰੇ ਨੂੰ ਕਿਸੇ ਨੂੰ ਪੁੱਛਣ ਤੋਂ ਬਿਨਾਂ ਤੇ ਕੋਰਟ 'ਚ ਦੇ ਆਇਆ। ਤੇ ਉਸ ਵੇਲੇ ਉਹਦੀ ਅਥੋਰਾਈਜੇਸ਼ਨ, ਜਿਹਨੂੰ ਅਸੀਂ ਜਿਹੜਾ ਇੰਗਲਿਸ਼ 'ਚ ਕਹਿੰਦੇ ਆ, ਆਪਣੇ ਲੀਗਲ ਟਰਮਸ 'ਚ ਕਹਿੰਦੇ ਆ, ਕੰਪੀਟੈਂਸੀ, ਹੀ ਵਾਸ ਨਾਟ ਕੰਪੀਟੈਂਟ ਐਟ ਦੈਟ ਟਾਈਮ। ਇਹ ਪੁਆਇੰਟ ਵੀ ਆਧਾਰ ਬਣਿਆ ਹਾਈ ਕੋਰਟ ਦੇ ਜਜਮੈਂਟ ਦਾ, ਇਹ ਵੀ ਉਹਦੇ ਵਿੱਚ ਇਹ ਵੀ ਆਏਗਾ ਜਿਹੜਾ ਆਪਰੇਟਿੰਗ ਪਾਰਟ ਹੈ ਉਹਦੇ ਵਿੱਚ। ਐਸੇ ਕਰਕੇ ਜਿਹੜਾ ਵਾ ਕਿਹਾ ਗਿਆ ਕਿ ਜਲਦੀ ਨਹੀਂ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਇਹ ਦਾਵਾ ਕਰਦੇ ਨੇ ਕਿ ਉਹਨਾਂ ਨੂੰ ਤਾਂ ਭਾਰਤ ਦਾ ਸੰਵਿਧਾਨ ਮੂੰਹ ਜ਼ਬਾਨੀ ਯਾਦ ਹੈ, ਤਾਂ ਇਹ ਚੀਜ਼ਾਂ ਉਹਨਾਂ ਨੂੰ ਕਿਉਂ ਨਹੀਂ ਪਤਾ ਸੀ ਕਿ ਉਹ ਪਰਤ ਦਰ ਪਰਤ ਜਿਹੜਾ ਹੈਗਾ ਹਰ ਪੜਾਅ ਦੇ ਉੱਤੇ ਉਹ ਇਹ ਇੱਕ ਚੋਰ ਮੋਰੀਆਂ ਛੱਡਦੇ ਜਾ ਰਹੇ ਨੇ, ਜਿਹੜੀਆਂ ਕਦੇ ਵੀ ਗੁਰਪ੍ਰੀਤ ਸਿੰਘ ਵਰਗੇ SHO ਨੇ ਆਪਣੇ ਕੇਸ ਦੇ ਵਿੱਚ ਫੜ ਲੈਣੀਆਂ ਨੇ। ਮਤਲਬ ਮੈਂ ਇਹ ਗੁਰਪ੍ਰੀਤ ਸਿੰਘ ਦਾ ਨਾਮ ਲੈ ਰਿਹਾ ਕਿਉਂਕਿ ਉਹ ਪਟੀਸ਼ਨਰ ਹੈ। ਹਾਂ ਮਤਲਬ ਅੱਗੇ ਤਾਂ ਕਰਨਾ ਤਾਂ ਵਕੀਲਾਂ ਨੇ ਫੜਨੀ ਹੈ ਨਾ ਸਾਰੀਆਂ ਚੀਜ਼ਾਂ। ਤੇ ਗੁਰਪ੍ਰੀਤ ਸਿੰਘ ਦਾ ਵਕੀਲ ਗੁਰਦੀਪ ਸਿੰਘ ਦਾ ਵਕੀਲ ਹੈਗਾ ਸਾਬਕਾ ਐਡਵੋਕੇਟ ਜਨਰਲ। ਸੈਟਲਡ ਜਿਹੜਾ ਕੇਸ ਹੈ, ਸੀਨੀਅਰ ਐਡਵੋਕੇਟ ਨੇ ਪੰਜਾਬ ਦੇ ਜਿਹੜੇ ਸਾਬਕਾ ਐਡਵੋਕੇਟ ਜਨਰਲ ਅਕਾਲੀ ਸਰਕਾਰ ਵੇਲੇ। ਅਕਾਲੀ ਸਰਕਾਰ ਮੈਂ ਇਹ ਨਾ ਇਸ ਕਰਕੇ ਲੈ ਰਿਹਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਕੇਸ ਨੂੰ ਕੌਣ ਲੜ ਰਿਹਾ ਹੈ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਵਾਰ-ਵਾਰ ਦਮ ਭਰਦੇ ਨੇ ਕਿ ਉਹਨਾਂ ਨੂੰ ਕਾਨੂੰਨ ਦੀ ਬਹੁਤ ਜਾਣਕਾਰੀ ਹੈ। ਉਹ ਤਾਂ ਖੁਦ ਇਹ ਕੇਸ ਲੜ ਸਕਦੇ ਸੀ, ਦਿੱਲੀ ਤੋਂ 55 ਲੱਖ ਦੇ ਵਕੀਲ ਲਿਆਉਣ ਦੀ ਕੋਈ ਲੋੜ ਨਹੀਂ ਸੀ, ਤਾਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਹਮਣੇ ਕੌਣ ਖੜਾ ਦੂਜੇ ਪਾਸੇ। ਤਾਂ ਫਿਰ ਵੀ ਦੂਜੀ ਗੱਲ ਜਿਹੜੀ ਉਹ ਵਾਰ-ਵਾਰ ਕਹਿੰਦੇ ਨੇ ਕਿ ਉਹਨਾਂ ਨੂੰ ਤਾਂ ਹਾਈ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਕਾਨੂੰਨੀ ਤੌਰ ਤੇ। ਕੀ ਉਹਨਾਂ ਦੀ ਗੱਲ 'ਚ ਵਜਨ ਹੈ? ਦੇਖੋ ਨੀਲ ਜੀ, ਵੀ ਇੱਕ ਗੱਲ ਮੈਂ ਦਰਸ਼ਕੋ ਇੱਕ ਗੱਲ ਵਾਰ-ਵਾਰ ਸਪਸ਼ਟ ਕਰ ਰਿਹਾ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਇਸ ਜਾਂਚ ਦਾ, ਇਸ ਕੇਸ ਦਾ ਕੌਣ ਨਾਇਕ ਹੈ ਕੌਣ ਖਲਨਾਇਕ ਹੈ। ਅਸੀਂ ਕਾਨੂੰਨੀ ਲੀਗਲੀ ਵੀਕਨੈਸਸ ਲੀਗਲੀ ਨਿਗਾਹ ਤੋਂ ਦੇਖ ਰਹੇ ਹਾਂ ਕਿ ਲੂਪ ਰੱਖੀਆਂ, ਇਨਵੈਸਟੀਗੇਸ਼ਨ ਪ੍ਰੋਪਰ ਹੋਈ ਕਿ ਨਹੀਂ ਹੋਈ, ਕਿੱਥੇ ਕਮੀਆਂ ਰਹੀਆਂ ਤੇ ਕਮੀਆਂ ਲਈ ਜ਼ਿੰਮੇਵਾਰ ਕੌਣ ਸੀ। ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਇਸ ਕੇਸ ਦੇ ਵਿੱਚ ਦੂਜੀ ਧਿਰ ਦਾ ਵਕੀਲ ਸੀ, ਉਸ ਬਾਰੇ ਖਿਆਲ ਰੱਖਣਾ ਕਿ ਕੌਣ ਹੈ, ਤੇ ਦੂਜਾ ਕਿਹਾ ਜਾਣਾ ਕਿ ਮੈਂ ਵਕੀਲ ਵਜੋਂ ਕੇਸ ਲੜ ਸਕਦਾ, ਮੈਂ ਵੀ ਕਾਨੂੰਨ ਦਾ ਵਿਦਿਆਰਥੀ ਰਿਹਾ, ਡਿਗਰੀ ਹੋਲਡਰ ਹਾਂ, ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। ਇਸ 'ਚ ਕਿੰਨਾ ਕੁ ਕਾਨੂੰਨੀ ਵਜਨ ਹੈ? ਨੀਲ ਜੀ, ਇਹ ਨਾ ਬੜੀ ਹਾਸੋਹੀਣੀ ਗੱਲ ਹੈ ਕਿ ਇੱਕ IPS ਅਫਸਰ ਜਿਹੜਾ ਨਾ, ਉਹ ਇੰਜ ਸ਼ਿਕਾਇਤ ਜਿਹੜੀ ਆ ਉਹ ਕਰ ਰਿਹਾ ਜਿਵੇਂ ਇੱਕ ਬੱਚਾ ਸਕੂਲ ਦਾ, ਪ੍ਰਾਇਮਰੀ ਸਕੂਲ ਦਾ ਬੱਚਾ ਹੁੰਦਾ ਨਾ, ਤੇ ਉਹਨੂੰ ਕਿਸੇ ਨੇ ਜਿਹੜਾ ਵਾ ਨਾਲੋਂ ਮਾਰ ਦਿੱਤਾ ਹੁੰਦਾ ਤੇ ਜਾ ਕੇ ਮਾਸਟਰ ਜੀ ਦੇਖੋ ਮੈਨੂੰ ਇਹਨੇ ਮਾਰਿਆ। ਮਤਲਬ ਕੁਝ ਤਾਂ ਤੁਸੀਂ ਜਿਹੜਾ ਆਪਣਾ ਸਟੇਚਰ ਜਿਹੜਾ ਰੱਖੋ, ਕੁਝ ਤਾਂ ਤੁਸੀਂ ਜਿਹੜੀ ਮੋਰਲ ਗਟਸ ਰੱਖੋ, ਐਥਿਕਸ ਹੁੰਦੇ ਕਿਸੇ ਚੀਜ਼ ਦੇ। ਨਹੀਂ ਕੁੰਵਰ ਵਿਜੇ ਪ੍ਰਤਾਪ ਹੋਣੀ ਮੇਰੇ ਖਿਆਲ 'ਚ ਜਿੱਥੇ ਮੈਨੂੰ ਜਾਣਕਾਰੀ ਹੈ, ਗੁਰਦੀਪ ਸਿੰਘ ਵਾਲੀ ਪਟੀਸ਼ਨ ਦੇ ਵਿੱਚ ਮੈਂ ਗੱਲ ਕਰ ਰਿਹਾ, ਉੱਥੇ ਜਵਾਬਦਾਤਾ ਨੰਬਰ 3 ਨੇ, ਮੈਂ ਉੱਥੇ ਬਾਈ ਨੇਮ ਨੇ, ਉਹ ਉੱਥੇ ਆ ਰਿਹਾ। ਮੈਂ ਜਿਹੜਾ ਤੀਜਾ ਨੰਬਰ ਉਸ ਪਟੀਸ਼ਨ ਦੇ ਵਿੱਚ ਜਿਹੜਾ ਤੀਜਾ ਪਾਰਟੀ ਬਣਾਈ, ਜਿਹੜੀ ਤੀਸਰੀ ਪਾਰਟੀ ਬਣਾਈ ਹੈ, ਨੰਬਰ 1 ਨੰਬਰ 2 ਜਿਹੜਾ ਤੀਸਰਾ ਬਣਾਇਆ, ਉਹਦੇ ਚ ਬਾਈ ਨੇਮ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਈ ਨੇਮ ਬਣਾਇਆ। ਬਾਈ ਨੇਮ ਜਿਹੜੇ ਅਸੀਂ ਵਕੀਲ ਆ ਨਾ, ਉਦੋਂ ਕਿਸੇ ਨੂੰ ਪਾਰਟੀ ਬਣਾਉਣੇ ਆ ਜਦੋਂ ਅਸੀਂ ਸ਼ੋਅ ਕਰਨਾ ਹੋਵੇ ਜੱਜ ਨੂੰ ਕਿ ਇਹ ਬੰਦਾ ਜਿਹੜਾ ਬਾਇਸਡ ਹੈ, ਇਹਦੀ ਮੈਲਾਫਾਈਡੀ ਹੈ, ਬੁਰੀ ਨੀਅਤ ਹੈ ਮੇਰੇ ਖਿਲਾਫ, ਤੇ ਇਸ ਕਰਕੇ ਇਹ ਜਿਹੜਾ ਵਾ ਮਤਲਬ ਸਾਰਾ ਜਿਹੜਾ ਮੇਰੇ ਖਿਲਾਫ ਜਾਣ ਬੁੱਝ ਕੇ ਜਿਹੜਾ ਕਰ ਰਿਹਾ, ਉਸ ਵੇਲੇ ਅਸੀਂ ਬਾਈ ਨੇਮ ਕਰਦੇ ਆ। ਜਦੋਂ ਪਰਸਨਲੀ ਉਹਨੂੰ ਇਸ ਬੰਦੇ ਨੂੰ ਜਿਹੜਾ ਇੱਕ ਨਿੱਜੀ ਤੌਰ ਦੇ ਉੱਤੇ ਕੋਈ ਕਿ ਇਹ ਜਿਹੜਾ ਇੱਕ ਆਫਿਸ ਹੈ, ਥਾਣੇਦਾਰ ਆ, DSP ਆ, IG SSP ਹੈ, ਠੀਕ ਹੈ, ਐਜ਼ ਏ ਆਫਿਸ ਕੰਮ ਕਰਦਾ, ਪਰ ਜਦੋਂ ਕੋਈ ਹੁੰਦਾ ਨਾ ਪੁਲਿਸ ਅਫਸਰ ਜਿਹੜਾ ਵਾ, ਉਹ ਬਿਯੋਂਡ ਦੀ ਜਿਹੜਾ ਵੇ ਜਾ ਕੇ ਉਹ ਜਦੋਂ ਕੰਮ ਕਰਦਾ, ਤਾਂ ਉਦੋਂ ਅਸੀਂ ਉਹਨੂੰ ਜਿਹੜਾ ਬਾਈ ਨੇਮ ਬਣਾਉਣੇ ਆ ਵੀ ਆ ਭਾਈ ਜਵਾਬ ਦੇ। ਹੁਣ ਇਸ ਕੇਸ ਦੇ ਵਿੱਚ ਉਹ ਖੁਦ ਬਾਈ ਨੇਮ ਜਿਹੜਾ ਪਰਸਨ ਆ, ਆਪਣਾ ਨਾਂ ਲਿਖਿਆ ਹੋਇਆ। ਅਸੀਂ ਜਨਰਲੀ ਜਿਹੜਾ
ਨਾਂ ਨਹੀਂ ਲਿਖਦੇ, ਉਹਦੀ ਪੋਸਟ ਲਿਖਦੇ ਆ SSP ਤਰਨਤਾਰਨ, SSP ਫਲਾਣਾ, SSP ਜੋ ਵੀ IG DJP। ਅਸੀਂ ਕਦੇ ਵੀ ਜਿਹੜਾ ਵਾ ਆਮ ਤੌਰ ਤੇ ਅਨਲੈਸ ਕਿ ਜਿਹੜਾ ਕਲੀਅਰ ਹੋਵੇ ਕਿ ਹਾਂ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਮੈਲਾਫਾਈਡੀ ਹੈ, ਬਦਨੀਅਤ, ਇਹਦੇ ਵਿੱਚ ਖੁਦ ਜਿਹੜਾ ਵਾ ਨੰਬਰ 3 ਤੇ ਆ। ਜਦੋਂ ਬਾਈ ਨੇਮ ਹੈ ਨਾ, ਮੈਂ ਪਾਰਟੀ ਬਣਿਆ ਤਾਂ ਮੇਰਾ ਲੀਗਲ ਰਾਈਟ ਹੈ, ਮੈਂ ਇੰਟਾਈਟਲਡ ਹਾਂ ਕਿ ਮੈਂ ਜਾਂ ਆਪਦਾ ਵਕੀਲ ਕਰ ਸਕਾਂ ਜਾਂ ਮੈਂ ਇਨ ਪਰਸਨ ਪੇਸ਼ ਹੋ ਸਕਾਂ ਵੀ ਜੱਜ ਸਾਹਿਬ ਮੈਂ ਨੰਬਰ 3 ਆ। ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ। ਮੌਕਾ ਹੀ ਨਹੀਂ ਲੈਣਾ ਸੀ ਨਾ, ਮੌਕਾ ਕਿਹਨੇ ਲੈਣਾ ਸੀ? ਹੀ ਵਾਸ ਅ ਪਾਰਟੀ, ਹੀ ਇਜ਼ IPS ਆਫੀਸਰ, ਕੋਈ ਰੋਕ ਨਹੀਂ ਸਕਦਾ, ਜਿਹੜਾ ਮਰਜ਼ੀ ਵਕੀਲ ਕਰਦਾ। ਆਪਣੇ ਤੌਰ ਤੇ ਕੌਂਸਲ ਹਾਈ ਕੋਰਟ ਦੇ ਵਿੱਚ ਹਰ ਇੱਕ ਨੂੰ ਜਿਹੜਾ ਹੈ ਸੈਟਰਡ ਲਾ ਬੇਸਿਕ ਪ੍ਰਿੰਸੀਪਲ ਆਫ ਜਿਹੜਾ ਨੈਚੁਰਲ ਜਸਟਿਸ ਹੈ ਕਿ ਜਿਹੜਾ ਵੀ ਹਾਈ ਕੋਰਟ ਪਾਰਟੀ ਬਣਿਆ ਉਹ ਚਾਹੇ ਆਪਣੇ ਤੌਰ ਤੇ ਇਨ ਪਰਸਨ ਪੇਸ਼ ਹੋ ਜੇ ਵੀ ਨਹੀਂ ਮੈਂ ਆਪਣਾ ਕੇਸ ਆਪ ਲੀਡ ਕਰ ਲਾਂਗਾ, ਚਾਹੇ ਜਿੱਥੋਂ ਮਰਜ਼ੀ ਵਕੀਲ ਲਿਆਵੇ, ਭਾਵੇਂ ਪੱਟੀ ਤੋਂ ਲੈ ਆਵੇ ਤੇ ਭਾਵੇਂ ਕੇਰਲਾ ਤੋਂ ਲੈ ਆਵੇ ਤੇ ਜਿੱਥੋਂ ਮਰਜ਼ੀ ਜਿਹੜਾ ਭਾਵੇਂ ਹਾਈ ਕੋਰਟ ਚੁੱਕਾ। ਤੇ ਇਹਨਾਂ ਨੂੰ ਕਿਹਨੇ ਰੋਕਿਆ ਸੀ? ਭੱਟ ਸਾਹਿਬ, ਆਪਾਂ ਅਗਲੇ ਨੁਕਤੇ ਤੇ ਚੱਲਦੇ ਆ। ਆਪਾਂ ਵਾਰ-ਵਾਰ ਕਹਿ ਰਹੇ ਹਾਂ ਕਿ ਅਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਅਸਲੀ ਸੱਚਾਈ ਜਿਹੜੀ ਹੈਗੀ ਆ ਉਹ ਰੱਖਣਾ ਚਾਹੁੰਦੇ ਆ, ਕਾਨੂੰਨੀ ਨੁਕਤੇ ਨਿਗਾਹ ਤੋਂ। ਇਹ ਨਹੀਂ ਕਿ ਹਵਾ 'ਚ ਤੁਰਦੀਆਂ ਗੱਲਾਂ ਫੜ ਲਈਏ। ਅਸੀਂ ਕਾਨੂੰਨ ਕੀ ਕਹਿੰਦਾ ਹੈ, ਕਾਨੂੰਨ ਮੁਤਾਬਕ ਹੀ ਫੈਸਲਾ ਹੋਣਾ ਹੈ ਤੇ ਕਾਨੂੰਨ ਮੁਤਾਬਕ ਹੀ ਜਿਹੜਾ ਹੈਗਾ ਜੋ ਤਾਜ਼ਾ ਫੈਸਲੇ, ਤਾਜ਼ਾ ਘਟਨਾਕ੍ਰਮ ਵਾਪਰ ਰਿਹਾ ਉਹ ਸਾਰਾ ਕਾਨੂੰਨ ਮੁਤਾਬਕ ਹੋ ਰਿਹਾ। ਇਸ ਕਰਕੇ ਕਾਨੂੰਨੀ ਨੁਕਤੇ ਨਿਗਾਹ ਤੋਂ ਸਾਰੇ ਇਸ ਘਟਨਾਕ੍ਰਮ ਨੂੰ, ਸਾਰੇ ਇਸ ਵਰਤਾਰੇ ਨੂੰ ਸਮਝਣਾ ਬੇहद ਜ਼ਰੂਰੀ ਹੈ। ਇਸ ਜਾਂਚ ਦੇ, ਇਸ ਸਾਰੇ ਮਾਮਲੇ ਦੇ, ਗੋਲੀकांड ਮਾਮਲੇ ਦੇ, ਇਸ ਸਾਰੇ ਜਿਹੜੀ ਕਹਾਣੀ ਹੈ ਇਹਦਾ ਨਾਇਕ ਤੇ ਖਲਨਾਇਕ ਨਿਸ਼ਚਿਤ ਕਰਨ ਤੋਂ ਪਹਿਲਾਂ, ਜਜਮੈਂਟਲ ਹੋਣ ਤੋਂ ਪਹਿਲਾਂ ਕਾਨੂੰਨੀ ਨੁਕਤੇ ਜਿਹੜੇ ਹੈਗੇ ਨੇ ਸਮਝਣੇ ਜ਼ਰੂਰੀ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵਾਰ-ਵਾਰ ਆਉਂਦੇ ਹਾਂ ਅਸੀਂ, ਕਿਉਂਕਿ ਇਸ ਵਕਤ ਉਹ ਵਿਅਕਤੀ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਉਹ ਵਿਅਕਤੀ ਹੀ ਇਸ ਵਕਤ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿ ਕੀ ਇਹ ਵਿਅਕਤੀ ਸੱਚ ਬੋਲ ਰਿਹਾ ਹੈ, ਕਿ ਇਹਨੇ ਜ਼ੋਰ ਲਾਤਾ, ਜਾਂਚ ਸਿਰ ਤੱਕ ਚੜਾਤੀ, ਇਹ ਦੋਸ਼ੀਆਂ ਦੇ ਗਲਮੇ ਤੱਕ ਪਹੁੰਚ ਗਿਆ, ਪਰ ਇਹਦੀ ਸਰਕਾਰ ਨੇ ਜਾਂ ਇਹਦੇ ਉੱਚ ਤੰਤਰ ਨੇ ਇਹਦਾ ਸਾਥ ਨਹੀਂ ਦਿੱਤਾ, ਜਿਸ ਕਰਕੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਾਂ ਜਾਂਚ ਟੀਮ ਹੀ ਸਮੁੱਚੀ ਜਿਹੜੀ ਹੈਗੀ ਹੈ ਉਹ ਮੁੱਦੇ ਮੂੰਹ ਡਿੱਗਣ ਨੂੰ ਮਜਬੂਰ ਹੋਈ। ਕਿਤੇ ਨਾ ਕਿਤੇ ਮੈਂ ਇਹਨਾਂ ਨੂੰ ਬੋਲਦੇ ਸੁਣਿਆ ਇੱਕ ਸਹਿਯੋਗੀ ਮੀਡੀਆ ਚੈਨਲ ਦੇ ਵਿੱਚ ਕਿ ਉਹਨਾਂ ਨੇ HS ਫੂਲਕਾ ਨਾਲ ਸੰਪਰਕ ਕੀਤਾ। HS ਫੂਲਕਾ ਜੋ ਕਿ 1984 ਦੇ ਸਿੱਖ ਨਸਲਕੁਸ਼ੀ ਕੇਸਾਂ ਦੇ ਨੂੰ ਲੜਨ ਵਾਸਤੇ ਜਾਣੇ ਜਾਂਦੇ ਨੇ ਤੇ ਨਾਮਵਰ ਵਕੀਲ ਨੇ। ਆਮ ਆਦਮੀ ਪਾਰਟੀ ਵੱਲੋਂ ਦਾਖਾ ਤੋਂ ਉਹ 2017 ਚ ਜਿੱਤੇ ਸਨ, ਨੇਤਾ ਵਿਰੋਧੀ ਧਿਰ ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ ਉਹ ਸਿਆਸਤ ਨੂੰ ਅਲਵਿਦਾ ਕਹਿ ਚੁੱਕੇ ਨੇ, ਜਿਹਦਾ ਕਾਰਨ ਵੀ ਉਹਨਾਂ ਨੇ ਇਹ ਬੇਅਦਬੀ ਤੇ ਗੋਲੀकांड ਦਾ ਇਨਸਾਫ ਨਾ ਮਿਲਣਾ ਸਰਕਾਰ ਦੀ ਬਦਨੀਤੀ ਦੱਸਿਆ ਸੀ, ਜਿਹਨੂੰ ਆਧਾਰ ਬਣਾ ਕੇ ਉਹ ਸਿਆਸਤ ਤੋਂ ਪਰੇ ਹੋ ਕੇ ਮੁੜ ਕੇ ਆਪਣੇ ਵਕਾਲਤ ਦੇ ਜਿਹੜਾ ਹੈਗਾ ਪੇਸ਼ੇ ਵੱਲ ਪਰਤ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਉਹਨਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਖੁਦ ਕਹਿੰਦੇ ਵੇਖੇ ਗਏ ਨੇ ਕਿ ਉਹਨਾਂ ਨੇ ਫੂਲਕਾ ਨਾਲ ਸਾਰੀ ਗੱਲਾਂ ਸਾਂਝੀਆਂ ਕੀਤੀਆਂ, ਪਰ ਫੂਲਕਾ ਦਾ ਕਿਹਾ ਕਿ ਮੇਰਾ ਤਾਂ ਜੀ ਰੁਤਬਾ ਬੜਾ ਵੱਡਾ, ਮੈਂ ਤਾਂ ਸੁਪਰੀਮ ਕੋਰਟ ਤੋਂ ਥੱਲੇ ਆਉਂਦਾ ਹੀ ਨਹੀਂ। ਉਹਨਾਂ ਨੇ ਫਿਰ ਚੰਡੀਗੜ੍ਹ ਦਾ ਇੱਕ ਵਕੀਲ ਦੇਤਾ ਜੋ ਸਾਡੀ ਜਾਣਕਾਰੀ ਮੁਤਾਬਕ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਸੀਗੇ, ਜੋ ਕਿ ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ, ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਚੁੱਕੇ ਗਏ ਗੈਰ ਮਨੁੱਖੀ ਜਿਹੜੀਆਂ ਹੱਤਿਆਵਾਂ ਸੀਗੀਆਂ ਪੰਜਾਬ ਦੀਆਂ, ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਨੇ ਖੁਰਦ-ਬੁਰਦ ਕੀਤੇ ਜਾਣਾ ਤੇ ਹੁਣ ਤੱਕ ਬਹੁਤ ਸਾਰੇ ਲੋਕ ਨਾ ਮਿਲੇ ਜਾਣ, ਉਹਨੂੰ ਉਸ ਗੱਲ ਨੂੰ ਅੱਗੇ ਤੋਰਿਆ ਸੀ ਜਸਟਿਸ ਅਜੀਤ ਸਿੰਘ ਬੈਂਸ। ਉਹਨਾਂ ਦੇ ਕੰਟਰੀਬਿਊਸ਼ਨ ਨੇ ਪ੍ਰਭਾਵ ਦੀ ਹੋਰ ਬਹੁਤ ਸਾਰੇ ਕੇਸ ਹੈ, ਕੋਈ ਗਿਣਤੀ ਨਹੀਂ ਹੈਗੀ। ਉਹਨਾਂ ਦਾ ਬੇਟਾ ਵੀ ਉਤਸਵ ਬੈਂਸ ਅੱਜ ਕੱਲ੍ਹ ਸੁਪਰੀਮ ਕੋਰਟ 'ਚ ਜਿਹੜਾ ਉਹ ਕਰ ਰਿਹਾ ਤੇ ਉਹ ਕੋਵਿਡ ਨੂੰ ਲੈ ਕੇ ਬੜੀ ਚੰਗੀ ਭੂਮਿਕਾ ਨਿਭਾ ਰਿਹਾ। ਉਸ ਪਰਿਵਾਰ ਦੇ ਉੱਤੇ ਉਂਗਲ ਜਿਹੜੀ ਹੈਗੀ ਹੈ ਸਿੱਧੇ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਚੁੱਕੀ ਹੈ। ਪਰ ਮੈਂ ਕਾਨੂੰਨ ਦਾ ਪੱਤਰਕਾਰ ਹੋਣ ਦੇ ਨਾਤੇ, ਹਾਈ ਕੋਰਟ ਨੂੰ ਕਵਰ ਕਰਦੇ ਰਹਿਣ ਦੇ ਹੋਣ ਦੇ, ਮੈਂ ਵਿਦਿਆਰਥੀ ਵੀ ਕਾਨੂੰਨ ਦਾ ਰਿਹਾ ਹੈ, ਪਰ ਕੀ ਇੱਕ ਜਾਂਚ ਅਫਸਰ ਜਿਹੜਾ ਸਿੱਟ ਦੇ ਵਿੱਚ ਬੜੇ ਹੀ, ਭਾਵੇਂ ਉਹ ਛੋਟੇ ਦਰਜੇ ਤੇ ਬੈਠਾ ਹੋਵੇ ਪਰ ਇਹ ਤਾਂ ਫਿਰ ਵੀ ਵੱਡੇ ਦਰਜੇ ਤੇ ਬੈਠੇ ਸੀ, ਜਾਂਚ ਦੌਰਾਨ ਕਿਸੇ ਨਿੱਜੀ ਵਕੀਲ ਨੂੰ, ਭਾਵੇਂ ਉਹ HS ਫੂਲਕਾ ਹੋਵੇ, ਭਾਵੇਂ HS ਬਾਠ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਕਿ ਉਸ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕਰ ਸਕਦਾ? ਕੀ ਇੱਕ ਸਿੱਟ ਦਾ ਮੈਂਬਰ ਉਹ ਕੀ ਆਪਣੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਵਕੀਲ ਨੂੰ ਹਾਇਰ ਕਰ ਸਕਦਾ ਹੈ ਤੇ ਅੱਗੇ ਤੋਂ ਅੱਗੇ ਉਹ ਵਕੀਲ ਕਿਸੇ ਹੋਰ ਵਕੀਲ ਨੂੰ ਜਿਹੜਾ ਹੈਗਾ ਉਹ ਜ਼ਿੰਮੇਵਾਰੀਆਂ ਦੇਣ ਦਾ ਅਖਤਿਆਰ ਰੱਖਦਾ ਹੈ? ਕਿ ਇਹ ਬਹੁਤ ਵੱਡੀ ਕੁਤਾਹੀ ਨਹੀਂ ਹੋਈ ਹੈ, ਬਹੁਤ ਵੱਡੀ ਭੁੱਲ ਨਹੀਂ ਹੋਈ ਜੇ ਇਸ ਤਰ੍ਹਾਂ ਹੋਇਆ ਕਿ ਚਲਦੀ ਜਾਂਚ ਦੇ ਵਿੱਚ ਸਾਰੀਆਂ ਚੀਜ਼ਾਂ ਚੱਕ ਕੇ ਇੱਕ ਐਸੇ ਵਕੀਲ ਨਾਲ ਸਾਂਝੀ ਕਰ ਦਿੱਤੀਆਂ, ਹਾਲਾਂਕਿ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀਆਂ ਜਾ ਸਕਦੀਆਂ, ਐਸੇ ਬੰਦੇ ਨਾਲ ਸਾਂਝੀਆਂ ਕਰ ਦਿੱਤੀਆਂ HS ਫੂਲਕਾ ਨਾਲ, ਜੋ ਕਿ ਇੱਕ ਪਾਰਟੀ ਨੇ, ਉਹ ਬਤੌਰ MLA ਰਹੇ ਨੇ, ਵਿਰੋਧੀ ਧਿਰ ਦੇ MLA ਰਹੇ ਨੇ, ਨੇਤਾ ਵਿਰੋਧੀ ਧਿਰ ਰਹੇ ਨੇ, ਤੇ ਉਹ ਇਹ ਕਹਿ ਕੇ ਪੰਜਾਬ ਦੀ ਸਿਆਸਤ ਛੱਡ ਕੇ ਗਏ ਨੇ ਕਿ ਇਸੇ ਗੋਲੀकांड ਦਾ ਇਨਸਾਫ ਨਹੀਂ ਮਿਲਿਆ। ਸੋ ਕੀ ਇੱਥੇ ਲਿਆਕਤ ਬਾਰੇ ਕੀ ਕਹੋਗੇ, ਕਾਨੂੰਨੀ ਸੰਵਿਧਾਨਕ ਲਿਆਕਤ ਜੋ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਹੈ? ਨੀਲ ਜੀ, ਤੁਹਾਡਾ ਬਹੁਤ ਵਧੀਆ ਇਹ ਸਵਾਲ ਹੈ ਜੀ। ਦੇਖੋ,
ਜਿਹੜਾ ਨਾ ਐਥਿਕਸ ਜਿਹੜਾ ਹੁੰਦਾ ਨਾ ਉਹ ਡਿਮਾਂਡ ਕਰਦਾ ਤੁਹਾਡੀ ਮੋਰੈਲਿਟੀ ਜਿਹੜੀ ਹੈ ਘੱਟੋ ਘੱਟ ਜ਼ਮੀਰ ਤੁਹਾਡੀ ਜਿਹੜੀ ਹੈ ਉਹ ਘੱਟੋ ਘੱਟ ਇਹ ਕਹੇ ਕਿ ਜੇ ਵੇਖੋ ਲੜਾਈ ਦੇ ਵਿੱਚ ਹਾਰ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਵੀ ਜਰਨੈਲ ਦੀ ਹੁੰਦੀ ਹੈ, ਜੇ ਜਿੱਤ ਹੁੰਦੀ ਹੈ ਤੇ ਉਹਦਾ ਨਾਮਣਾ ਵੀ ਜਿਹੜਾ ਵਾ ਉਹ ਜਰਨੈਲ ਨੂੰ ਜਾਣਾ। ਬਿਲਕੁਲ ਇਸ ਕੇਸ ਦੇ ਵਿੱਚ ਜਿੰਨਾ 3.5 ਸਾਲ ਦੇ ਕਰੀਬ ਜੋ ਕੁਝ ਹੋਇਆ ਉਹਨੂੰ ਲਿਆ ਕੇ ਜ਼ੀਰੋ ਤੇ ਲੈ ਜਾਣਾ, ਇਹ ਸਾਰੇ ਕੁਝ ਤੋਂ ਖਤਮ ਕਰਕੇ ਜ਼ੀਰੋ ਤੇ ਉੱਥੇ ਜਿੱਥੋਂ ਕੰਮ ਸ਼ੁਰੂ ਹੋਇਆ ਸੀ 2015 'ਚ, ਉੱਥੇ 2015 'ਚ ਜਿਹੜਾ ਵਾ ਚਲੇ ਜਾਣਾ 6 ਸਾਲ ਪਹਿਲਾਂ ਜਿੱਥੋਂ ਕੰਮ ਸ਼ੁਰੂ ਹੋਇਆ। ਇਹਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਆ ਇਸ ਅਫਸਰ ਨੂੰ ਜ਼ਰੂਰ ਲੈਣੀ ਚਾਹੀਦੀ ਹੈ। ਦੂਸਰਾ ਇਸ਼ੂ ਜਿਹੜਾ ਤੁਸੀਂ ਫੂਲਕੇ ਦਾ ਕੀਤਾ, ਦੇਖੋ ਇਹ ਜਿਹੜਾ ਕੇਸ ਹੈ ਨਾ ਇਹ ਕਿਸੇ ਦਾ ਪ੍ਰਾਈਵੇਟ ਕੇਸ ਨਹੀਂ ਹੈ, ਗਵਰਨਮੈਂਟ ਦੇ ਜਿਹੜਾ ਵਾ ਕੇਸ ਹੈ, ਸਰਕਾਰ ਦਾ ਜਿਹੜਾ ਕੇਸ ਹੈ, ਪੁਲਿਸ ਦਾ ਜਿਹੜਾ ਕੇਸ ਹੈ। ਜਦੋਂ ਪੁਲਿਸ ਤੇ ਸਰਕਾਰ ਦਾ ਕੇਸ ਹੁੰਦਾ ਅਤੀ ਸੰਵੇਦਨਸ਼ੀਲ ਕੇਸ ਹੈ, ਸੰਵੇਦਨਸ਼ੀਲ ਕੇਸ ਹੈ ਜਿਹਦੀਆਂ ਭਾਵਨਾਵਾਂ ਸਾਰੇ ਪੰਜਾਬ ਦੇ ਸਾਰੇ ਲੋਕਾਂ ਨਾਲ ਜਿਹੜੀਆਂ ਜੁੜੀਆਂ ਜਿੱਥੇ ਵੀ ਦੇਸ਼ ਵਿਦੇਸ਼ 'ਚ ਬੈਠੇ ਨੇ, ਉਹੋ ਜਿਹੇ ਕੇਸ ਦੇ ਵਿੱਚ ਇਹ ਸਮਝਣਾ ਕਿ ਮੈਂ ਆਪਣੇ ਤੌਰ ਦੇ ਉੱਤੇ ਏ ਵਕੀਲ ਨੂੰ ਜਾ ਕੇ ਮਿਲ ਲਵਾਂ, ਬੀ ਵਕੀਲ ਨੂੰ ਮਿਲ ਲਵਾਂ, ਸੀ ਵਕੀਲ ਨੂੰ ਮਿਲ ਲਵਾਂ, ਇਹ ਬਿਲਕੁਲ ਅਥੋਰਾਈਜੇਸ਼ਨ ਜਿਹੜੀ ਨਹੀਂ ਹੈ ਕਿਸੇ ਵੀ ਕੀਮਤ ਤੇ ਹੋ ਸਕਦੀ। ਗਵਰਨਮੈਂਟ ਨੇ ਜਿਹੜਾ ਲੜਨਾ ਵਾ, ਗਵਰਨਮੈਂਟ ਨੇ ਵਕੀਲ ਕਰਨਾ ਵਾ, ਚਾਹੇ ਉਹ ਦਿੱਲੀ ਤੋਂ ਕਰ ਲਵੇ ਚਾਹੇ ਚੰਡੀਗੜ੍ਹ ਤੋਂ ਕਰ ਲਵੇ, ਐਸ ਆਈਓ ਐਸ ਜਿਹੜੀ ਉਹਨਾਂ ਦੀ ਮੁੱਖ ਜਾਂਚ ਅਫਸਰ ਜਿਹੜੀ ਹੈ ਉਹਦੇ ਸਰਕਾਰ ਦੇ ਵੱਲੋਂ, ਕਿਉਂਕਿ ਕੇਸ ਜਿਹੜਾ ਸਰਕਾਰ ਦਾ ਕੇਸ ਹੈ ਜਿਹਨੂੰ ਅਸੀਂ ਕਹਿੰਦੇ ਆ ਵਰਸਸ ਸੋ ਐਂਡ ਸੋ ਵਰਸਸ ਸਟੇਟ ਆਫ ਪੰਜਾਬ, ਸਟੇਟ ਦਾ ਕੇਸ ਹੈ, ਇਸ ਕਰਕੇ ਵਕੀਲ ਜਿਹੜਾ ਵਾ ਉਹ ਸਟੇਟ ਨੇ ਕਰਨਾ। ਇਹਦੇ ਕੋਲ ਕੋਈ ਪਾਵਰ ਨਹੀਂ ਸੀ, ਕੋਈ ਇਖਤਿਆਰ ਨਹੀਂ ਸੀ ਕਿ ਇਹ ਜਾ ਕੇ ABC ਵਕੀਲਾਂ ਨੂੰ ਕੰਸਲਟ ਕਰਦਾ ਫਿਰੇ। ਜੇ ਇਹਨੂੰ ਉਦੋਂ ਪਤਾ ਲੱਗ ਗਿਆ, ਜਿਹੜਾ ਤੁਸੀਂ ਜਿਹੜੀ ਇੰਟਰਵਿਊ ਦੀ ਗੱਲ ਕੀਤੀ ਉਹਦੇ ਵਿੱਚ ਕਹਿੰਦਾ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਵਕੀਲ ਤਾਂ ਜਿਹੜੇ ਦੂਜੇ ਪਾਸੇ ਰਲ ਗਏ, ਜੇ ਦੂਜੇ ਪਾਸੇ ਰਲ ਗਏ ਸੀ ਵਕੀਲ ਤੇ ਤੂੰ ਛੱਡ ਕੇ ਉਸ ਵੇਲੇ ਵਕੀਲ ਤੇ ਨਵਾਂ ਵਕੀਲ ਆਪਦਾ ਕਰਦਾ, ਤੂੰ ਖੁਦ ਪਾਰਟੀ ਸੀ, ਯੂ ਯੋਰਸੈਲਫ ਬਾਈ ਨੇਮ ਵਾਸ ਅ ਪਾਰਟੀ। ਜੋ ਮੈਂ ਤੁਹਾਡੀ ਗੱਲਾਂ ਤੋਂ ਸਮਝ ਪਾ ਰਿਹਾ ਹਾਂ, ਬਿਲਕੁਲ ਆਪਦਾ ਵਕੀਲ ਕਰਨ ਲਈ ਤੁਹਾਨੂੰ ਕਿਹਨੇ ਰੋਕਿਆ ਸੀ? ਐਡਵੋਕੇਟ ਇਹ ਹੁਣ ਆਪਣੀ ਫਲਿਓਰ ਨੂੰ ਲੁਕਾਉਣ ਦੇ ਲਈ ਇਲਜ਼ਾਮ ਜਿਹੜਾ ਵਾ ABC ਫੂਲਕਾ ਦਿਸ ਐਂਡ ਦੈਟ ਉਹਦੇ ਤੇ ਲਾ ਰਿਹਾ। ਚਾਹੀਦਾ ਹੈ ਕਿ ਹਿੰਮਤ ਨਾਲ ਕਰੇ ਵੀ ਹਾਂ ਮੇਰੀ ਫਲਿਓਰਾ ਗਲਤ ਹੋਇਆ, ਮੈਂ ਰਿਜ਼ਾਈਨ ਕਰਾਂ। ਜੋ ਕਾਨੂੰਨੀ ਨੁਕਤੇ ਨਿਗਾਹ ਨਾਲ ਤੁਸੀਂ ਤੇ ਤਫਸੀਲ ਦਿੱਤੀ ਹੈ, ਇਸ ਤੋਂ ਤਾਂ ਲੱਗ ਰਿਹਾ ਹੈ ਕਿ ਇਹਨਾਂ ਨੇ ਆਪ ਬਹੁਤ ਵੱਡੀ ਗਲਤੀ ਕਰ ਲਈ ਹੈ ਸੰਵਿਧਾਨਕ ਤੌਰ ਤੇ, ਕਾਨੂੰਨੀ ਤੌਰ ਤੇ, ਕਿ ਇੱਕ ਜਾਂਚ ਟੀਮ ਦਾ ਮੈਂਬਰ, ਜ਼ਿੰਮੇਵਾਰ ਮੈਂਬਰ ਹੁੰਦੇ ਹੋਏ ਜਾਂਚ ਦੀਆਂ ਗੱਲਾਂ ਜਿਹੜੀਆਂ ਇੱਕ ਪ੍ਰਾਈਵੇਟ ਵਕੀਲ ਨਾਲ ਸਾਂਝੀਆਂ ਕਰ ਲਈਆਂ। ਕੋਈ ਮਤਲਬ ਨਹੀਂ ਬਣਦਾ। ਜਾਂ ਉਹਦਾ ਅਫੀਸ਼ੀਅਲ ਵਕੀਲ ਹੁੰਦਾ ਜੀ, ਉਹਦਾ ਜਿਹੜਾ ਜਾਂ ਤੋਂ ਆਪਣੇ ਤੌਰ ਦੇ ਉੱਤੇ ਫੂਲਕੇ ਨੂੰ ਵਕੀਲ ਕਰਦਾ, ਬੈਂਸ ਨੂੰ ਵਕੀਲ ਕਰਦਾ, ਕਿਸੇ ਹੋਰ ਨੂੰ ਜਿਹੜਾ ਵਾ ਸੰਧੂ ਨੂੰ ਵਕੀਲ ਕਰਦਾ, ਕਿਸੇ ਢਿੱਲੋਂ ਨੂੰ, ਜਿਹਨੂੰ ਮਰਜ਼ੀ ਕਰਦਾ। ਜੇ ਉਹ ਆਪਣੇ ਡਿਫੈਂਸ ਦੇ ਲਈ ਵਕੀਲ ਕਰ ਰਿਹਾ ਤਾਂ ਹੀ ਕੈਨ ਸ਼ੇਅਰ ਹਿਸ ਥਿੰਗ। ਪਰ ਜਦੋਂ ਉਹਦਾ ਵਕੀਲ ਹੀ ਨਹੀਂ ਹੈ ਉਹ, ਤਾਂ ਉਹਦੇ ਨਾਲ ਉਹ ਕੋਈ ਸ਼ੇਅਰ ਫੂਲਕਾ ਜਦੋਂ ਇਸ ਕੇਸ 'ਚ ਵਕੀਲ ਨਹੀਂਗਾ, ਕੋਈ ਸੈਂਸ ਨਹੀਂ ਬਣਦੀ ਹੈ ਕਿ ਉਹ ਜਿਹੜਾ ਵਾ ਜਾ ਕੇ ਉਹਨਾਂ ਨਾਲ ਸ਼ੇਅਰ ਕਰਨੀਆਂ ਗੱਲਾਂ ਤਾਂ ਜਾਂ ਉਹਦੇ ਨਾਲ ਕੰਸਲਟ ਕਰਨਾ ਜਾਂ ਇਸ ਤਰ੍ਹਾਂ ਨਾਲ ਕਰਨਾ। ਹੀ ਵਾਸ ਬਾਉਂਡ ਕਿ ਉਹ ਆਪਣੇ ਦਾਇਰੇ ਦੇ ਵਿੱਚ ਜਿੱਥੇ ਗਵਰਨਮੈਂਟ ਨੇ ਵਕੀਲ ਕੀਤਾ ਉਹਨਾਂ ਨਾਲ ਹੀ ਜਿਹੜਾ ਸੰਪਰਕ ਕਰੇ। ਇਹ ਸਾਰੀਆਂ ਜਿਹੜੀਆਂ ਫਲਿਓਰ ਹੈ ਨਾ ਜੋ ਨਿਕਲਿਆ ਦੇ ਵਿੱਚੋਂ, ਉਹ ਸਾਰੇ ਦੀ ਜ਼ਿੰਮੇਵਾਰੀ ਆਪਣੇ ਆਪ ਨੂੰ ਛੱਡ ਕੇ ਤੇ ਦੂਜਿਆਂ ਦੇ ਉੱਤੇ ਸੁੱਟ ਰਿਹਾ ਕਿ ਇਹਦਾ ਕਰਕੇ ਹੋਇਆ, ਇਹਦਾ ਕਰਕੇ ਹੋਇਆ, ਆ ਕਰਕੇ ਹੋਇਆ। ਆਪਾਂ ਐਡਵੋਕੇਟ ਹਰਚਰਨ ਸਿੰਘ ਬੈਂਸ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮਵਰ ਵਕੀਲ ਨੇ, ਹਰਚਰਨ ਸਿੰਘ ਬਾਠ ਮਾਫ ਕਰਨਾ ਕਿਉਂਕਿ ਆਪਾਂ ਤੁਹਾਨੂੰ ਬਤੌਰ HS ਬਾਠ ਜਾਣਦੇ ਆ, ਤੇ ਚਲੋ ਇਹ ਵੀ ਇੱਕ ਭੰਬਲ ਭੁੱਸੀ ਹੈ ਜੀ ਜਿਸ ਨਾਲ ਮੇਰਾ ਅਗਲਾ ਸਵਾਲ ਵੀ ਜੁੜਿਆ ਹੋਇਆ। ਹਾਲਾਂਕਿ ਤੁਹਾਡੇ ਵਕਾਲਤ ਦੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਜਾਂਦਾ ਸਵਾਲ ਇਹ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਗਵਰਨਰ ਨੂੰ ਮਿਲੇ ਜਾ ਕੇ, ਮੀਡੀਆ ਜਾ ਕੇ ਬੜੇ ਦਮ ਨਾਲ ਕਹਿੰਦੇ ਨੇ ਕਿ ਮੈਂ ਤਾਂ ਗਵਰਨਰ ਨੂੰ ਮਿਲਦਾ ਹੀ ਰਹਿੰਦਾ ਹੈ। ਚਲੋ ਠੀਕ ਹੈ, ਗਵਰਨਰ ਪੰਜਾਬ ਦੇ ਨੇ, ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ, ਉਹ UT ਦੇ, ਪਰ ਉਹ ਭਾਜਪਾ ਦੇ ਬੜੇ ਵੱਡੇ ਨੇਤਾ ਨੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਹੀ ਉਹਨਾਂ ਨੂੰ ਪੰਜਾਬ 'ਚ ਬਿਠਾਇਆ ਗਿਆ ਹੈ। ਤੇ ਕੀ ਇੱਕ IPS ਅਫਸਰ ਦਾ ਇੱਕ ਵਾਰ ਕਹਿ ਲਓ, ਚਾਹੇ 5 ਵਾਰ ਕਹਿ ਲਓ, ਚਾਹੇ 50 ਵਾਰ ਕਹਿ ਲਓ, ਭਾਵੇਂ 100 ਵਾਰ ਕਹਿ ਲਓ, ਇਸ ਤਰ੍ਹਾਂ ਗਵਰਨਰ ਨੂੰ ਮਿਲਣਾ, ਤੇ ਉਹ ਵੀ ਜਿਹਦਾ ਸਿਆਸੀ ਪਿੱਠ ਭੂਮੀ ਜਿਸ ਗਵਰਨਰ ਦੀ ਉਹ ਹੋਵੇ ਜਿਹੜੀ ਪਾਰਟੀ ਜਿਹੜੀ ਹੈਗੀ ਹੈ ਕੇਂਦਰ 'ਚ ਕਾਬਜ ਹੈ, ਉਹ ਕੀ ਇਸ਼ਾਰਾ ਕਰਦਾ ਹੈ? ਕੀ ਇਹ ਵੀ ਸੰਵਿਧਾਨਕ ਤੌਰ ਦੇ ਉੱਤੇ ਜਾਇਜ਼ ਹੈ? ਨੀਲ ਜੀ ਤੁਸੀਂ ਇਹ ਵੇਖ ਲਓ ਕਿ ਤੁਸੀਂ ਲੰਮਾ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰੀ 'ਚ ਕਰਦੇ ਆ, ਲੀਗਲ ਇਸ਼ੂ ਵੀ ਕਰਦੇ ਆ, ਪੁਲਿਸ ਦੇ ਨਾਲ ਵੀ ਡੀਲ ਕਰਦੇ ਆ। ਕੀ ਤੁਹਾਨੂੰ ਯਾਦ ਇਹ ਹੈ ਕਿ ਪਿਛਲੇ 20 ਸਾਲ ਦੇ ਵਿੱਚ ਕਿੰਨੇ DGP, ਅੱਜ ਕੱਲ 4-5 DGP ਆ ਤੇ ADGP ਪਤਾ ਨਹੀਂ 8-10 ਹੋਣੇ ਆ, ਜ਼ਿਆਦਾ ਹੀ ਹੋਣਗੇ, ਕਿੰਨੇ DGP ਤੇ ਕਿੰਨੇ ADGP ਜਿਹੜੇ ਆ ਉਹ ਗਵਰਨਰ ਨੂੰ ਹੁਣ ਤੱਕ ਮਿਲੇ? ਮੇਰੇ ਤਾਂ ਕਿਤੇ ਯਾਦ ਵਿੱਚ ਨਹੀਂ ਹੈ ਕਿਸੇ ਤਰ੍ਹਾਂ ਵੀ ਮੈਂ ਕਦੀ ਦੇਖਿਆ ਹੋਵੇ ਕਿ ਇਸ ਕੈਪੈਸਿਟੀ ਦੇ ਵਿੱਚ ਉਹ ਮਿਲੇ ਹੋਣ, ਤੇ ਉਹ ਵੀ ਜਦੋਂ ਰਿਜ਼ਾਈਨ ਕਰ ਦਿੱਤਾ ਹੋਵੇ। ਇਹ ਤਾਂ IG ਹੈ, ਇਹ ਤਾਂ IG ਹੈ, ਤੀਜੇ ਨੰਬਰ ਤੇ ਜਿਹੜਾ ਹਾਇਰਾਰਕੀ ਦੇ ਵਿੱਚ ਹੈ,
ਤੇ ਆਈਜੀ ਪਤਾ ਨਹੀਂ ਕਿੰਨੇ ਆ ਪੰਜਾਬ ਦੇ ਵਿੱਚ। ਬਿਲਕੁਲ। ਤੇ ਇਸ ਕਰਕੇ ਸਮਥਿੰਗ ਇਜ਼ ਰੋਂਗ देयर। ਨਹੀਂ ਸਮਥਿੰਗ ਰੋਂਗ ਕੀ ਨਹੀਂ, ਆਪਾਂ ਗੱਲ ਸਿੱਧੀ ਕਰ ਦਿੰਦੇ ਹਾਂ। ਇਹ ਕੋਈ ਹਾਈ ਕੋਰਟ ਦਾ ਕੇਸ ਨਹੀਂ ਹੈ ਜਿੱਥੇ ਆਪਾਂ ਬਿਲਕੁਲ ਠੀਕ ਹੈ। ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ। ਕਈ ਚੀਜ਼ਾਂ ਜਿਹੜੀਆਂ ਨੂੰ ਸਿੰਬੋਲਿਕਲੀ ਜਿਹੜੀਆਂ ਕਹਿ ਦੇਣੀਆਂ ਚਾਹੀਦੀਆਂ, ਸਮਾਂ ਆਉਣ ਵਾਲਾ ਦੱਸੂ, ਕਿਉਂਕਿ ਵੀ ਆਰ ਨਾਟ ਸ਼ੋਰ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਜਿਹੜੀ ਮੁਲਾਕਾਤ ਹੈ ਗਵਰਨਰ ਦੇ ਨਾਲ ਔਰ ਖੁੱਲ ਕੇ ਮੰਨਣਾ ਕਿ ਇਹ ਤਾਂ ਅਸੀਂ ਜਿਹੜਾ ਪਹਿਲਾਂ ਵੀ ਮਿਲਦੇ ਰਹੇ ਸੀ, ਇਹਦੇ ਪਿੱਛੇ ਕੀ ਰਾਜ ਹੈ, ਇਹ ਰਾਜ ਜਿਹੜੇ ਆ ਆਉਣ ਵਾਲੇ ਸਮੇਂ 'ਚ ਖੁੱਲਣਗੇ। ਪਰ ਲੱਗ ਰਿਹਾ ਕਿ ਇਹ ਜਿਹੜੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਆ ਇਹ ਖਰਾਬ ਕੀਤੀ ਆ। ਮੈਂ ਨਹੀਂ ਕਹਿੰਦਾ ਜਾਣ ਕੇ ਕੀਤੀ, ਅਣਜਾਣ ਕੇ ਕੀਤੀ ਹੈ, ਪਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਇਸ ਸਟੇਟਸ ਦਾ ਜਿਹੜਾ ਆਫੀਸਰ ਹੈ ਉਹਦੇ ਕੋਲ ਜਿਹੜੀ ਮਾੜੀ ਮੋਟੀ ਇਰਰ ਤਾਂ ਹੋ ਸਕਦੀ, ਮਿਸਟੇਕ ਤਾਂ ਹੋ ਸਕਦੀ, ਬਲੰਡਰਸ ਨਹੀਂ ਉਹਦੇ ਕੋਲ ਹੁੰਦੇ। ਇਸ ਕੇਸ ਦੇ ਵਿੱਚ ਬਲੰਡਰਸ ਕੀਤੇ ਗਏ ਆ। ਉਹ ਆਈਓ ਵੱਲੋਂ ਕਵਰ ਵਿਜੇ ਪ੍ਰਤਾਪ ਵੱਲੋਂ ਬਲੰਡਰ ਆਈਓ ਦੀ ਰਿਸਪੌਂਸਿਬਿਲਿਟੀ ਹੈ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਕਰਨੀ, ਜਿੱਥੋਂ ਤੱਕ ਜਿਹੜਾ ਵਾ ਉਹ ਪਹੁੰਚਾਉਣਾ ਉਸ ਨੂੰ ਕੇਸ ਨੂੰ। ਤੇ ਤਾਂ ਉੱਡ ਗਿਆ ਉੱਥੇ ਹੀ, ਇਹ ਤਾਂ ਉੱਡ ਗਿਆ। ਔਰ ਦੇਖੋ ਤੁਸੀਂ ਕਿਹੋ ਜਿਹੀਆਂ ਇਮੈਚੁਰ ਗੱਲਾਂ ਜਿਹੜੀਆਂ ਕਰ ਰਹੇ ਆ ਕਿ ਵੇਖੋ ਜੱਜ ਸਾਹਿਬ ਨੇ ਨਾ, ਇਹ ਤਾਂ ਕ੍ਰਿਮੀਨਲ ਮੈਟਰ ਸੀ ਤੇ ਜੱਜ ਸਾਹਿਬ ਜਿਹੜੇ ਦੇਖੋ ਤੁਸੀਂ ਮਤਲਬ ਤੇ ਜੱਜ ਸਾਹਿਬ ਜਿਹੜਾ ਨੇ ਸਿਵਲ ਦੇ ਵਿੱਚ ਲੈ ਲਿਆ। ਵੀ ਦੇਖੋ ਇਹਨੂੰ ਇਹ ਨਹੀਂ ਸਮਝ ਰਿਹਾ ਵੀ ਜੱਜ ਨੂੰ ਜਿਹੜਾ ਵਾ ਯੂ ਆਰ ਅ ਪੁਲਿਸ ਆਫੀਸਰ, ਯੂ ਨੋ ਯੂਅਰ ਡਿਊਟੀਜ਼। ਤੇ ਜੱਜ ਸਾਹਿਬ ਦੇ ਜਿਹੜੇ ਆ ਰੋਜ਼ ਇਹੀ ਕੰਮ ਕਰਦੇ ਨੇ, ਆਨਰੇਬਲ ਜੱਜ ਸਾਹਿਬ, ਉਹਨਾਂ ਨੂੰ ਪਤਾ ਆਪਣਾ ਜੁਰਿਡਿਕਸ਼ਨ ਕੀ ਹੈ ਉਹਨਾਂ ਦਾ। ਇਹ ਕਹਿੰਦਾ ਉਹਨਾਂ ਦਾ ਜੁਰਿਡਿਕਸ਼ਨ ਨਹੀਂ ਸੀ ਹੈ। He does not know ਸਿਵਲ ਕੇਸ ਹੈ। He does not know ਕਿ ਜਿਹੜਾ ਕਹਿੰਦਾ ਮੈਨੂੰ ਪੂਰਾ ਸੰਵਿਧਾਨ ਜਿਹੜਾ ਜ਼ੁਬਾਨੀ ਯਾਦ ਹੈ ਕਿ ਜਿਹੜਾ ਸਿਵਲ ਰਿਟ ਪਟੀਸ਼ਨ ਹੁੰਦੀ ਹੈ ਆਰਟੀਕਲ ਸੰਵਿਧਾਨ ਦੇ 226 ਦੇ ਥੱਲੇ, ਉਹਦੇ ਵਿੱਚ ਵਾਸਟ ਪਾਵਰ ਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਜਿੱਥੇ ਕਿਤੇ ਸਮਝਦੀ ਹੈ ਕਿ ਇਹਦੇ ਵਿੱਚ ਜਿਹੜਾ ਕਾਨੂੰਨ ਨੂੰ ਜਿਹੜਾ ਵਾ ਵਾਇਲੇਟ ਕੀਤਾ ਗਿਆ, ਐਸਟੈਬਲਿਸ਼ ਪ੍ਰੋਸੀਜਰ ਨੂੰ ਵਾਇਲੇਟ ਕੀਤਾ ਗਿਆ, ਜਿਹੜੇ ਕਾਨੂੰਨ ਦੇ ਮੁਤਾਬਕ ਰਾਈਟਸ ਮਿਲੇ, ਫੰਡਾਮੈਂਟਲ ਰਾਈਟਸ ਮਿਲੇ ਹੋਏ ਨੇ, ਉਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਕਰਨਾ ਵੀ ਆ, ਅਨਬਾਇਸਡ ਇਨਵੈਸਟੀਗੇਸ਼ਨ ਕਰਨਾ ਵੀ ਆ। ਔਰ ਜਿਹੜਾ ਵਾ ਮੈਲਾਫਾਈਡੀ ਜਿਹੜੀ ਆ ਉਹਦੇ ਵਿੱਚ ਵੀ ਸ਼ਾਮਲ ਹੈ। ਉਹ ਜਿਹੜੇ ਹੈ ਸਿਵਲ ਰਿਟ ਪਟੀਸ਼ਨ ਦੇ ਵਿੱਚ ਕੋਈ ਵੀ ਇਸ਼ੂ ਜਿਹੜਾ ਇੰਨੀਆਂ ਵਾਸਟ ਪਾਵਰ ਹੈ ਉਹ ਹਾਈ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਤੇ ਉਹ ਜੱਜ ਸਾਹਿਬ ਨੇ ਰਾਈਟਲੀ ਜਿਹੜਾ ਵਾ ਐਕਸਰਸਾਈਜ਼ ਕੀਤਾ ਕਿ ਇਹਦੇ ਵਿੱਚ ਜਿਹੜੀਆਂ ਬਲੰਡਰਸ ਹੋਈਆਂ ਨੇ, ਇਹਦੇ ਵਿੱਚ ਜਿਹੜੀਆਂ ਐਸਟੈਬਲਿਸ਼ ਪ੍ਰੋਸੀਜਰ ਹੈ ਉਹ ਵਾਇਲੇਟ ਕੀਤਾ ਗਿਆ। ਫਰੋਮ ਡੇ 1 ਜਦੋਂ FIR ਦੂਜੀ FIR ਦਰਜ ਹੋਈ ਹੈ ਉਹਦੇ ਦੇ ਪ੍ਰੋਸੀਡਿੰਗ ਸਾਰੀਆਂ ਵਿਸ਼ੀਏਟਡ ਹੈ। ਵਿਸ਼ੀਏਟਡ ਦਾ ਮਤਲਬ ਕਿ ਸਾਰਾ ਕੁਝ ਹੀ ਗੈਰ ਕਾਨੂੰਨੀ ਹੋਇਆ। ਉਸ ਤੋਂ ਲੈ ਕੇ ਜਦੋਂ ਚਲਾਨ ਦਿੱਤਾ ਗਿਆ ਇਕੱਲੇ ਸਿਗਨੇਚਰ ਕਰਕੇ ਕੋਰਟ ਦੇ ਵਿੱਚ, ਉਸ ਵੇਲੇ ਜਦੋਂ ਜਿਹੜਾ ਉਹਦੇ ਕੋਲ ਪਾਵਰ ਨਹੀਂ ਸੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਜੇ ਸਾਰਾ ਜੋ ਕੁਝ ਹੋਇਆ ਵਿਸ਼ੀਏਟਡ ਹੋਇਆ, ਇਹ ਗੈਰ ਕਾਨੂੰਨੀ ਹੋਇਆ। ਇਸ ਕਰਕੇ ਸਾਰੇ ਕੁਝ ਨੂੰ ਉਹਨਾਂ ਨੇ ਜਿਹੜਾ ਵਾ ਉਹ ਸੈਟ ਅਸਾਈਡ ਕਰਤਾ, ਕੁਐਸ਼ ਕਰਤਾ। ਇਸ ਕਰਕੇ ਇਸ IPS ਅਫਸਰ ਨੂੰ ਇਹ ਮੈਂ ਕਲੀਅਰ ਕਰਦਾ, ਆਈ ਹੈਵ ਨਥਿੰਗ ਅਗੇਂਸਟ ਹਿਮ, ਆਈ ਹੈਵ ਨੈਵਰ ਮੈਟ ਹਿਮ ਪਰਸਨਲੀ। ਪਰ ਕਿਉਂਕਿ ਇਸ਼ੂ ਜਿਹੜਾ ਪਬਲਿਕ ਇੰਟਰਸਟ ਦਾ ਜਿਹਦੇ ਵਿੱਚ ਸਾਰੇ ਲੋਕ ਜਿਹੜੇ ਆ ਉਹ ਜਾਣਨਾ ਚਾਹ ਰਹੇ ਆ, ਮੈਂ ਸਪਸ਼ਟ ਕਰਦਾ ਜੀ, ਕਿਉਂਕਿ ਜਾਣਨਾ ਚਾਹ ਰਹੇ ਨੇ, ਅਸੀਂ ਇਹ ਡਿਬੇਟ ਇਸ ਕਰਕੇ ਜੋ ਅਸਲੀਅਤ ਆ ਲੀਗਲੀ ਆ ਉਹ ਅਸੀਂ ਦਰਸ਼ਕਾਂ ਦੇ ਸਾਹਮਣੇ ਸਕਾਈ ਨਿਊਜ਼ ਨੇ ਜੋ ਇਹ ਗੁਫ਼ਤਗੂ ਇਹ ਅਰੇਂਜ ਕੀਤੀ ਹੈ ਉਹ ਇਸ ਵਾਸਤੇ ਕੀਤੀ ਹੈ ਕਿ ਇੱਕ ਪਾਸੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਕਿ IPS ਨੇ, ਬੜੇ ਨਾਮਵਰ IPS ਨੇ ਤੇ ਬੜੇ ਸਤਿਕਾਰ ਦੇ ਪਾਤਰ ਨੇ, ਸਾਡੇ ਸਿੱਖ ਭਾਈਚਾਰੇ 'ਚ ਤਾਂ ਖਾਸ ਕਰ ਸਤਿਕਾਰ ਦੇ ਪਾਤਰ ਨੇ। ਇੱਕ ਅਧਿਕਾਰੀ ਸਤਿਕਾਰ ਦਾ ਪਾਤਰ ਹੋਣਾ ਵੀ ਚਾਹੀਦਾ, ਆਪਣੇ ਸਤਿਕਾਰ ਨੂੰ ਬਰਕਰਾਰ ਰੱਖਣਾ ਨਹੀਂ ਰੱਖਣਾ ਇਹ ਉਹਦੇ ਤੇ ਡਿਪੈਂਡ ਕਰਦਾ ਹੈ। ਪਰ ਇਸ ਮਾਮਲੇ ਨੂੰ ਲੈ ਕੇ ਜੋ ਸਸ਼ੋਪੰਜ ਬਣੀ ਹੋਈ ਹੈ, ਜੋ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ, ਅਨਸਰਟੈਨਟੀ ਬਣੀ ਹੋਈ ਹੈ ਕਿ ਕੌਣ ਸੱਚਾ ਹੈ, ਕੌਣ ਝੂਠਾ ਹੈ, ਕੌਣ ਨਾਇਕ ਹੈ, ਕੌਣ ਖਲਨਾਇਕ ਹੈ, ਜਿਹਦੇ ਕਰਕੇ ਜਾਂਚ ਸਿਰੇ ਨਹੀਂ ਚੜੀ। ਉਹ ਕਹਿੰਦਾ ਜੀ ਮੈਨੂੰ ਤਾਂ ਉੱਪਰੋਂ ਕੰਮ ਨਹੀਂ ਕਰਨ ਦਿੱਤਾ। ਪਰ ਜਿਹੜਾ ਕੰਮ ਹੋਇਆ, ਆਪਾਂ 2 FIRਾਂ ਦੀ ਗੱਲ ਕਰ ਲਈ ਹੈ, ਆਪਾਂ ਚੋਣ ਕਮਿਸ਼ਨ ਦੇ ਜ਼ਾਬਤੇ ਦੇ ਦੌਰਾਨ ਚਲਾਨ ਪੇਸ਼ ਕਰਨ ਦੀ ਗੱਲ ਕਰ ਲਈ ਹੈ, ਅਸੀਂ ਇਹ ਕੱਲੇ ਸਾਈਨ ਕਰਦੇ ਨੇ, ਹਾਲਾਂਕਿ ਉਹਦੀ ਗੱਲ ਕਰ ਲਈ ਹੈ, ਰਾਜਪਾਲ ਨੂੰ ਮਿਲਣ ਦੀ ਗੱਲ ਕਰ ਰਹੀ ਹੈ, ਪ੍ਰਾਈਵੇਟ ਵਕੀਲਾਂ ਨੂੰ ਆਪਣੇ ਤੌਰ ਤੇ ਮਿਲਦੇ ਰਹਿਣ ਦੀ ਗੱਲ ਕਰ ਲਈ ਹੈ। ਦੂਜੀ ਗੱਲ ਆਉਂਦੀ ਹੈ ਕਿ ਇਹਨਾਂ ਨੇ ਇੱਕ ਫਿਲਮੀ ਕਲਾਕਾਰ ਨੂੰ, ਅਕਸ਼ੇ ਕੁਮਾਰ ਜਿਹਦਾ ਨਾਂ ਹੈ ਸ਼ਾਇਦ, ਉਹਨੂੰ ਬੁਲਾਇਆ ਹੈ। ਪਰ ਰਾਮ ਰਹੀਮ ਜਿਹੜਾ ਕਿ ਸੁਨਾਰਿਆ ਜੇਲ੍ਹ 'ਚ ਬੈਠਾ ਹੈ, ਉਹ ਕੋਈ ਆਜ਼ਾਦ ਨਹੀਂ ਫਿਰ ਰਿਹਾ ਕਿਤੇ, ਜਿਹੜਾ ਜਿਹਨੂੰ ਸੰਮਣੀ ਕਰਨ ਦੀ ਲੋੜ ਸੀ ਜਾਂ ਜੋ ਵੀ ਕਰਨ ਦੀ ਲੋੜ ਸੀ। ਹਾਲਾਂਕਿ ਉੱਥੋਂ ਦੇ ਜੇਲ੍ਹ ਸੁਪਰਡੈਂਟ ਨੇ ਜਿਹੜਾ ਹੈਗਾ ਸਹਿਯੋਗ ਨਹੀਂ ਦਿੱਤਾ। ਉਹ ਉਹਨਾਂ ਦੀ ਮੈਲਾਫਾਈਡ ਹੋ ਸਕਦੀ ਹੈ, ਕੋਈ ਨਾ ਕੋਈ ਬਦਨੀਤੀ ਹੋ ਸਕਦੀ ਹੈ, ਹਰਿਆਣਾ ਸਰਕਾਰ ਦੀ ਹੋ ਸਕਦੀ ਹੈ ਕਿ ਉਹਨੇ ਬਾਬੇ ਦੀ ਖਿਦਮਤ ਹਾਲੇ ਵੀ ਕੀਤੀ ਜਾਣੀ ਜਾਰੀ ਰੱਖੀ ਹੋਈ ਹੈ ਉਹਦੇ ਜੇਲ੍ਹ ਦੇ ਅੰਦਰ। ਪਰ ਉਹਨੂੰ ਜਾਂਚ ਦੇ ਘੇਰੇ 'ਚ ਨਾ ਲਿਆਉਣਾ ਵੀ ਮੇਰੇ ਖਿਆਲ 'ਚ ਵੱਡੀ ਅਸਫਲਤਾ ਹੈ ਸਿੱਟ ਦੀ। ਨੀਲ ਜੀ ਜੇ ਅਕਸ਼ੇ ਕੁਮਾਰ ਨੂੰ ਬੰਬੇ ਤੋਂ ਲਿਆਂਦਾ ਜਾ ਸਕਦਾ, ਤੁਹਾਡੀ ਗੱਲ ਜਿਹੜੀ ਆ ਬਿਲਕੁਲ ਮੈਂ 100% ਸਹਿਮਤ ਹਾਂ। ਮੈਂ ਇਸ ਨੂੰ ਹੋਰ ਅੱਗੇ ਇਲੈਬੋਰੇਟ ਕਰਦਾ ਲੀਗਲ ਜੋ ਪੋਜੀਸ਼ਨ ਆ ਉਹਦੇ ਹਿਸਾਬ ਦੇ ਨਾਲ।
ਅਕਸ਼ੇ ਕੁਮਾਰ ਮੈਨੂੰ ਪਤਾ ਨਹੀਂਗਾ ਕਿੰਨਾ ਕਿ ਇਹਦੇ ਵਿੱਚ ਰੈਲੇਵੈਂਟ ਸੀ ਇਨਵੈਸਟੀਗੇਸ਼ਨ ਦੇ ਵਿੱਚ, ਕੀ ਰੋਲ ਸੀ ਉਹਦਾ ਇਹ ਸਾਰੇ ਕੁਝ ਦੇ ਵਿੱਚ। ਬੰਬੇ ਬੈਠਾ ਤੇ ਇੱਕ ਵਾਰ ਕਹਿੰਦੇ ਕਿ ਉਹ ਸੁਖਬੀਰ ਬਾਦਲ ਨੂੰ ਤੇ ਸ਼ਾਇਦ ਉਹਨੂੰ ਮਿਲਿਆ ਮੈਂ ਇੱਥੇ ਕਿ ਥੋੜੀ ਜੀ ਗੱਲ, ਥੋੜਾ ਜਿਹਾ ਮੇਰਾ ਹਾਂਜੀ। ਤਜਰਬਾ ਰਿਹਾ। ਜਿਸ ਦਿਨ ਅਕਸ਼ੇ ਕੁਮਾਰ ਆਇਆ ਸੀ ਤਾਂ ਮੈਂ ਪੰਜਾਬ ਪੁਲਿਸ ਹੈੱਡਕੁਆਟਰ ਮੌਜੂਦ ਸੀ, ਬਿਲਕੁਲ ਸਾਹਮਣੇ ਗੇਟ ਦੇ ਮੌਜੂਦ ਸੀ। ਫੋਟੋਆਂ ਬਹੁਤ ਖਿਚਾਈਆਂ ਪੁਲਿਸ ਵਾਲੇ ਨੇ, ਪੁਲਿਸ ਵਾਲੇ ਅੰਦਰ ਫੋਟੋਆਂ ਖਿਚਾ ਰਹੇ ਸੀ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪਤਾ ਲੱਗਿਆ ਫੋਟੋਆਂ ਖਿਚਾ ਰਹੇ ਸੀ। ਤੇ ਅਕਸ਼ੇ ਕੁਮਾਰ ਦੀ ਜਿਹੜੀ ਬਾਡੀ ਲੈਂਗੁਏਜ ਸੀ ਉਹ ਬੜੇ ਹੀਰੋ ਵਾਂਗੂ ਇੰਜੋਏ ਕਰ ਰਿਹਾ, ਭੱਜਿਆ ਆਇਆ, ਇੰਜੋਏ ਕਰ ਰਿਹਾ, ਭੱਜਿਆ ਚਲਾ ਗਿਆ। ਜੀ ਹਾਂ, ਉਹਦੀ ਮੈਂ ਗੱਲ ਨਹੀਂ ਕਰਦਾ, ਉਹਦੇ ਕੋਈ ਰੈਲੇਵੈਂਸੀ ਨਹੀਂ, ਕੋਈ ਉਹਦਾ ਰੋਲ ਨਹੀਂਗਾ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ। ਇੱਕ ਫਨ ਕਰ ਰਹੇ ਹੋਣਗੇ ਆਈਓ ਸਾਹਿਬ ਤੇ ਕਰ ਰਹੇ, ਡੈਟ ਇਜ਼ ਅ ਡਿਫਰੈਂਟ ਥਿੰਗ, ਨਥਿੰਗ ਟੂ। ਪਰ ਸਵਾਲ ਇਹ ਹੈ ਕਿ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ, ਜੋ ਹੁਣ ਤੱਕ ਦੀ ਚਰਚਾ ਜਿਹੜੀ ਚੱਲੀ ਆ ਬਾਕੀ ਕੇਸਾਂ ਦੇ ਵਿੱਚ ਵੀ, ਉਹਦੇ ਵਿੱਚ ਇਹ ਹੈ ਕਿ ਸਾਰੇ ਕੁਝ ਦੇ ਪਿੱਛੇ ਜਿਹੜਾ ਡੇਰੇ ਦਾ ਸਾਧ ਹੈ ਸਰਸੇ ਵਾਲਾ, ਉਹਦਾ ਰੋਲ ਸੀ। ਹੁਣ ਕਥਿਤ ਰੋਲ ਸੀ, ਕਥਿਤ ਰੋਲ ਸੀ, ਮਤਲਬ ਉਹਦਾ ਨਾਂ ਆ ਰਿਹਾ, ਪਤਾ ਨਹੀਂ, ਉਹ ਤਾਂ ਇਨਵੈਸਟੀਗੇਸ਼ਨ ਦੇ ਵਿੱਚੋਂ ਨਿਕਲਣਾ ਨਾ ਸਾਰਾ ਕੁਝ। ਹੁਣ ਸਵਾਲ ਇਹ ਹੈ ਕਿ ਇੱਕ ਵਾਰੀ ਇਹ ਗਿਆ ਜਾ ਕੇ ਉਥੋਂ, ਜਿਹੜਾ ਜੇਲ੍ਹ ਸੁਪਰਡੈਂਟ ਸੀ, ਉਹ ਜਿਹੜਾ ਵਾ ਐਸਪੀ ਰੈਂਕ ਦਾ ਜਾਂ ਡੀਐਸਪੀ ਰੈਂਕ ਦਾ ਹੁੰਦਾ, ਉਹਨੇ ਜਿਹੜਾ ਵਾ ਇਹਨੂੰ ਬਾਹਰ ਜਿਹੜਾ ਭੇਜਦਾ ਵੀ ਨਹੀਂ, ਅਸੀਂ ਨਹੀਂ ਤੈਨੂੰ ਮਿਲਣਾ ਚਾਹੁੰਦੇ। 3.5 ਸਾਲ ਦੇ ਵਿੱਚ ਜਿਹੜਾ ਇੱਕ ਸੈਂਟਰਲ ਪੁਆਇੰਟ ਸੀ, ਕੇਂਦਰੀ ਬਿੰਦੂ ਸਾਰੀ ਇਨਵੈਸਟੀਗੇਸ਼ਨ ਦਾ, ਸਾਰੇ ਕੇਸ ਦਾ, ਉਹਨੂੰ ਇਨਵੈਸਟੀਗੇਸ਼ਨ ਜੁਆਇਨ ਨਾ ਕਰਾ ਸਕਣਾ ਇੱਕ ਵੱਡੀ ਫਲਿਓਰ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਕੋਡ ਇਹਦਾ ਕੋ ਪਾਵਰ ਹੈ ਪੁਲਿਸ ਦੇ ਕੋਲੇ ਅੰਡਰ ਸੈਕਸ਼ਨ 160 CRPC, ਇਹ ਕਿਸੇ ਨੂੰ ਵੀ ਜਿਹੜਾ ਵਾ ਚਾਹੇ ਪ੍ਰਧਾਨ ਮੰਤਰੀ ਵੀ ਹੋਵੇ ਨਾ, ਉਹਨੂੰ ਵੀ ਜਾ ਕੇ ਨੋਟਿਸ ਦੇ ਕੇ ਜਿਹੜਾ ਵਾ ਉਹ ਜੁਆਇਨ ਕਰਾ ਸਕਦੇ ਆ ਕਿ ਤੇਰਾ ਜਿਹੜਾ ਇਸ ਕੇਸ ਦੇ ਵਿੱਚ ਸਿੱਧੇ ਤੌਰ ਤੇ ਨਾ ਆਉਂਦਾ ਤੇ ਅਸੀਂ ਤੇਰੀ ਸਟੇਟਮੈਂਟ ਜਿਹੜੀ ਆ ਉਹ ਰਿਕਾਰਡ ਕਰਨੀ ਆ। ਇੰਨੀ ਵੱਡੀ ਪਾਵਰ ਜਿਹੜੀ ਆ ਆਈਓ ਦੀ 160 ਜਿਹੜੀ ਧਾਰਾ ਵਾ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ, ਉਹਦੇ ਅੰਡਰ ਹੈ। ਹੁਣ ਦੂਸਰੀ, ਉਸ ਤੋਂ ਵੀ ਅੱਗੇ ਜੇ ਲੱਗਦਾ ਕਿ ਉਹਦਾ ਨਾਮ ਆ, ਇਹ ਤਾਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੇ ਉਹਨਾਂ ਨੂੰ, ਜੱਜ ਤੋਂ ਲੈ ਕੇ ਜਿਹੜਾ ਇਲਾਕਾ ਮੈਜਿਸਟ੍ਰੇਟ ਤੋਂ ਪ੍ਰੋਡਕਸ਼ਨ ਵਾਰੰਟ ਲਾ ਕੇ ਕਿ ਇਹ ਬੰਦਾ ਜਿਹੜਾ ਵਾ ਇਹਦਾ ਨਾਂ ਆ ਰਿਹਾ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰਨੀ ਆ, ਇਹ ਬੰਦਾ ਜੇਲ੍ਹ ਤੋਂ ਲਿਆ ਕੇ ਸਾਡੇ ਹਵਾਲੇ ਕਰੋ, ਇਹਦਾ ਅਸੀਂ ਜਿਹੜਾ ਪੁਲਿਸ ਰਿਮਾਂਡ ਲੈਣਾ। ਕੋਈ ਦੁਨੀਆ ਦੀ ਤਾਕਤ, ਸੁਪਰੀਮ ਕੋਰਟ ਵੀ ਜਿਹੜੀ ਆ ਉਹ ਨਹੀਂ ਰੋਕ ਸਕਦੀ, ਕਿਉਂਕਿ ਸੁਪਰੀਮ ਕੋਰਟ ਦੀਆਂ ਵੀ ਜੱਜਮੈਂਟਾਂ ਨੇ ਕਿ ਇਨਵੈਸਟੀਗੇਸ਼ਨ ਜਦੋਂ ਚੱਲ ਰਹੀ ਆ, ਆਈਓ ਜਿਹੜਾ ਵਾ ਸਮਝਦਾ ਕਿ ਮੈਂ ਇਸ ਕੇਸ ਦੇ ਵਿੱਚ ਇਸ ਬੰਦੇ ਦੇ ਜਿਹੜੀ ਸਟੇਟਮੈਂਟ ਲੈਣੀ ਆ, ਇਹਦਾ ਮੈਂ ਜਿਹੜਾ ਵਾ ਉਹ ਇਨਵੈਸਟੀਗੇਟ ਕਰਨਾ ਇਸ ਬੰਦੇ ਨੂੰ, ਕੋਈ ਰੋਕ ਨਹੀਂ ਸਕਦਾ। ਇੰਨੀ ਵੱਡੀ ਪਾਵਰ ਜਿਹੜੀ ਆ ਆਈਓ ਦੀ ਇਨਵੈਸਟੀਗੇਟਿੰਗ ਆਫੀਸਰ ਦੀ ਹੈ, ਪਰ ਇਹ ਨਹੀਂ ਕੀਤਾ ਗਿਆ। ਇਹੀ ਮੈਂ ਜਿਹੜੀ ਤੁਹਾਨੂੰ ਗੱਲ ਜਿਹੜੀ ਆ ਉਹ ਜੋੜ ਕੇ ਜਿਹੜੀ ਕਹਿ ਰਿਹਾ, ਗਵਰਨਰ ਵਾਲੀ, RSS ਦਾ ਜਿਹੜਾ BJP ਦਾ ਉਹ, ਤੇ ਇਹ ਉਹਨੂੰ ਬਚਾਉਣਾ ਤੇ ਸਾਰੇ ਕੁਝ ਦਾ। ਹੁਣ ਤੁਸੀਂ ਦੇਖੋ ਜਿਹੜੇ ਆ ਨਾ ਪੰਜਾਬ ਦੇ ਵਿੱਚ ਬੜਾ ਹੀਰੋ ਬਣਾ ਕੇ ਕੀਤਾ ਜਾ ਰਿਹਾ ਕਿ ਨਹੀਂ ਕੋਰਟ ਗਲਤ ਸੀ, ਇੰਜ ਸੀ ਇਹ ਬੜਾ। ਹੁਣ ਦੇਖੋ ਕਿ ਇਹ ਸਾਰੇ ਕੁਝ ਦੇ ਵਿੱਚ ਇਹਦੇ ਅਲਟੀਮੇਟ ਬੈਨੀਫੀਸ਼ੀਅਰੀ ਇਸ ਜੱਜਮੈਂਟ ਜਿਹੜਾ ਆਈ ਹੈ, ਇਹ ਕੌਣ ਨੇ ਉਹਦੇ ਵਿੱਚ? ਇਹ ਤਾਂ ਪਿਛਲੀ ਸਰਕਾਰ ਹੈ ਜੀ। ਇਹ ਦੇਖੋ ਪਿਛਲਾ DGP ਹੈ, ਪਿਛਲਾ DGP ਹੈ, ਪਿਛਲੀ ਸਰਕਾਰ ਹੈ, ਬਾਬਾ ਹੈ, ਹਾਂ ਬਾਬਾ ਹੈ ਮੇਨ ਬੈਨੀਫੀਸ਼ੀਅਰੀ। ਗੁਰਦੀਪ ਸਿੰਘ ਤਾਂ ਵਿਚਾਰਾ ਇੱਕ SHO ਛੋਟੀ ਜੀ ਜਿਹੜੀ ਆ ਪੂੰਗ ਹੈ, ਤੇ ਇਹ ਮਗਰਮੱਛ ਜਿਹੜੇ ਨੇ ਇਹ ਬਚ ਗਏ, ਇਹ ਵੇਖੋ ਬਚ ਗਏ, ਹਾਲਦੀ ਘੜੀ ਬਚ ਗਏ, ਹਾਲਦੀ ਘੜੀ ਬਚ ਗਏ। ਤੇ ਅੱਗੇ ਜੀ ਪਤਾ ਨਹੀਂ ਕਿ ਅਗਲੀ ਕੀ ਕਹਿੰਦੇ ਵੀ ਕਿਹਦੀ ਸਰਕਾਰ ਹੋਣੀ ਹੈ ਅੱਗੇ, ਹਾਂ ਨਵਾਂ ਕੀ ਹਾਲਾਤ ਬਣੇ, ਕਿਹੜਾ ਆਈਓ ਹੋਣਾ, 4 ਸਾਲ ਕਿਹੜੇ ਬਾਬੇ ਦੀ ਪਰਚੀ ਆਣੀ ਹੈ ਇਹ ਨਹੀਂ ਪਤਾ, ਪਰ 4 ਸਾਲ ਲੱਗਣੇ ਆ, ਪਰ ਅੱਜ ਜਿਹੜਾ ਵਾ ਉਹ ਖਤਮ ਜਿਹੜਾ ਕਰਾਤਾ, ਨਵੇਂ ਸਿਰੋਂ ਕਦੋਂ ਚੱਲੂਗੀ, ਕੀ ਹੋਊਗੀ। ਤਾਂ ਇਹ ਗੱਲ ਜਿਹੜੀ ਆ ਕਿ ਸਾਰਾ ਲਿੰਕ ਜਿਹੜੇ ਆ ਨਾ ਇਹ ਜੋੜਦੀ ਆ ਕਿ ਇਨਵੈਸਟੀਗੇਸ਼ਨ ਜਿਹੜੀ ਆ ਫੇਅਰ, ਇੰਡੀਪੈਂਡੈਂਟ ਤੇ ਪ੍ਰੋਪਰ ਨਹੀਂ ਹੋਈ। ਜਿਹੜੇ ਕਿ ਬੇਸਿਕ 3 ਜਿਹੜੇ ਸਤੰਭ ਨੇ ਇਨਵੈਸਟੀਗੇਸ਼ਨ ਦਾ ਕਰਨਾ, ਇੰਪਾਰਸ਼ਲ, ਜਿਹੜੀ ਆ ਇੰਡੀਪੈਂਡੈਂਟ ਤੇ ਫੇਅਰ ਅਕਿਊਜ਼ਡ ਦੇ ਪ੍ਰਤੀ ਵੀ, ਦੋਸ਼ੀਆਂ ਦੇ ਪ੍ਰਤੀ ਵੀ, ਤੇ ਫੇਅਰ ਮਦਈ ਦੇ ਪ੍ਰਤੀ, ਜਿਹੜੇ ਵਿਕਟਮ ਨੇ ਉਹਨਾਂ ਦੇ ਪ੍ਰਤੀ। ਜੇਕਰ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਵੇਦਨਾ ਸੁਣੀਏ, ਵੇਦਨਾ ਹੀ ਆ ਹੁਣ ਤਾਂ ਨਾ, ਉਹ ਰੋ ਹੀ ਰਹੇ ਨਾ, ਵਿਲਕ ਰਹੇ ਨੇ, ਤਾਂ ਉਹ ਤੋਂ ਲੱਗਦਾ ਹੈ ਕਿ ਜਿੱਦਾਂ ਉਹ ਇੱਕ ਕਠਪੁਤਲੀ ਸੀ ਤੇ ਉਹਨਾਂ ਕੋਲੋਂ ਇਹ ਸਾਰੀਆਂ ਉਕਾਈਆਂ ਜਾਂ ਕਰਾਈਆਂ ਗਈਆਂ, ਇਹ ਗਲਤੀਆਂ ਜਾਂ ਕਰਾਈਆਂ ਗਈਆਂ, ਜਾਂ ਜੋ ਕੁਝ ਕਮੀਆਂ ਸੀਗੀਆਂ ਕਾਨੂੰਨੀ, ਉਹਨਾਂ ਨੂੰ ਅਣਦੇਖੇ ਕਰਨ ਦਿੱਤਾ ਗਿਆ। ਉਹਨਾਂ ਨੂੰ ਸਰਕਾਰ ਵੱਲੋਂ ਕਹਿ ਲਓ ਜਾਂ ਕਿਸੇ ਵੱਲੋਂ ਵੀ ਕਹਿ ਲਓ ਵੀ ਉਹ ਕਿਤੇ ਨਾ ਕਿਤੇ ਮਤਲਬ ਉਹਨਾਂ ਦਾ ਜਿਹੜਾ ਮੈਂ ਪਹਿਲਾਂ ਕਿਹਾ ਸੀ ਕਿ IPS ਅਫਸਰ ਜਾਂ ਕੋਈ ਵੀ ਅਧਿਕਾਰੀ ਸਤਿਕਾਰ ਦਾ ਪਾਤਰ ਹੁੰਦਾ ਹੈ, ਪਰ ਆਪਣੇ ਸਤਿਕਾਰ ਨੂੰ ਬਰਕਰਾਰ ਰੱਖਣਾ ਜਾਂ ਰੱਖਣ 'ਚ ਨਾਕਾਮਯਾਬ ਹੋਣਾ ਇਹ ਉਹਦੀ ਕਾਰਜ ਕੁਸ਼ਲਤਾ ਦੇ ਉੱਤੇ ਨਿਰਭਰ ਕਰਦਾ ਹੈ। ਇਹ ਬੇਸਿਕ ਜਿਹੜਾ ਹੈਗਾ ਪੈਰਾਮੀਟਰ ਹੈ, ਮਾਪਦੰਡ ਹੈ। ਇੱਥੋਂ ਲੱਗ ਰਿਹਾ ਹੈ ਕਿ ਇਹ ਜਾਂ ਤਾਂ ਇਹਨਾਂ ਨਾਲ ਖੇਡ ਗਿਆ
ਇਹਨਾਂ ਨੂੰ ਵਰਤ ਕੇ ਖੇਡ ਲਿਆ ਗਿਆ। ਤੇ ਸਾਰੀਆਂ ਚੀਜ਼ਾਂ ਜੋ ਨੁਕਤੇ ਆਪਾਂ ਵਿਚਾਰੇ ਨੇ ਜਿਨ੍ਹਾਂ ਕਰਕੇ ਕੇਸ ਇਸ ਮੌਜੂਦਾ ਪੇਚੀਦਾ ਹਾਲਾਤ ਵਿੱਚ ਪਹੁੰਚਿਆ ਹੈ। ਬਿਲਕੁਲ ਠੀਕ। ਮੈਂ ਨਾ ਮੂੰਹ ਜ਼ਬਾਨੀ ਕਾਨੂੰਨ ਯਾਦ ਹੋਣ ਵਾਲੀ ਗੱਲ ਤੇ ਮੈਂ ਜਿਹੜਾ ਨਾ ਇਹਦੇ ਚ ਬੜਾ ਫੇਰ ਹੋ ਕੇ ਤੁਹਾਨੂੰ ਜਿਹੜੀ ਆ ਗੱਲ ਕਰਨੀ ਚਾਹਾਂਗਾ। ਨੰਬਰ 1 ਕਿ ਦੇਖੋ ਜਿਹੜਾ ਨਾ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀ ਆ ਇਹ ਹੋ ਨਹੀਂ ਸਕਦਾ ਕਿ ਐਡੇ ਸੀਨੀਅਰ ਆਫੀਸਰ ਤੋਂ ਐਡੇ ਵੱਡੇ ਲੈਪਸ ਰਹਿ ਜਾਣ, ਐਡੇ ਵੱਡੇ ਗੈਪ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਰਹਿ ਜਾਣ, ਚੇਨ ਜਿਹੜੀ ਆ ਉਹ ਪ੍ਰੋਪਰ ਜੁੜੇ ਨਾ। ਹੁਣ ਦੇਖੋ ਤੁਸੀਂ, ਮੈਂ ਪਹਿਲੇ ਕਹਿ ਦਿੱਤਾ ਕਿ ਮੈਂ ਇਹ ਨਹੀਂ ਕਹਿ ਸਕਦਾ ਹੈ ਜਾਣੇ ਜਾਂ ਅਣਜਾਣੇ। ਅੱਗੇ ਜਿਹੜੀ ਪ੍ਰਜੰਪਸ਼ਨ ਆ ਜਾਂ ਅੱਗੇ ਜਿਹੜੇ ਉਹਦੇ ਨਤੀਜੇ ਕੱਢਣੇ ਨੇ ਸਾਡੇ ਸਰੋਤੇ ਜਿਹੜੇ ਉਹ ਕੱਢ ਸਕਦੇ ਨੇ ਕਿ ਕੀ ਇਹ ਹੋ ਸਕਦਾ। ਮੈਂ ਇਹ ਕਹਿ ਰਿਹਾ ਆਮ ਤੌਰ ਤੇ ਬੜਾ ਕੌਨਫੀਡੈਂਸ ਨਾਲ ਕਹਿ ਰਿਹਾ ਕਿ ਨਾਰਮਲੀ ਐਡੇ ਵੱਡੇ ਜਿਹੜੇ ਲੂਪ ਹੋਲ ਰਹਿਣੇ, ਐਡੇ ਵੱਡੇ ਗੈਪ ਰਹਿਣੇ ਇਹਦੇ ਵਿੱਚ ਜਿਹੜੇ ਆ ਉਹ ਇੱਕ IPS ਦੀ ਜਿਹੜੀ ਜਿਹੜਾ ਐਕਸਪੀਰੀਅੰਸਡ IPS ਹੈ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਆਮ ਤੌਰ ਤੇ ਪੋਸੀਬਲ ਨਹੀਂ ਚੀਜ਼ ਹੈ ਜੀ। ਇਹ ਨਹੀਂ ਚੀਜ਼ ਹੈ, ਇਹ ਬਿਲਕੁਲ ਜਿਹੜੀ ਸਾਫ਼ ਜਿਹੜੀ ਗੱਲ ਹੈ ਉਹ ਹੈ। ਇਸ ਕਰਕੇ ਮੈਂ ਪਹਿਲੇ ਕਹਿ ਦਿੱਤਾ ਜਾਣੇ ਜਾਂ ਅਣਜਾਣੇ। ਹੁਣ ਇਹ ਜਿਹੜਾ ਵਾ ਸਮਾਂ ਆਉਣ ਵਾਲੇ ਜਿਹੜਾ ਸਮਾਂ ਵਾ ਉਹ ਦੱਸੇਗਾ। ਗਵਰਨਮੈਂਟ ਦੇ ਕੋਲੇ ਹੁਣ ਰੈਮਡੀਜ਼ ਹੈ, ਇੱਕ ਸਿੰਗਲ ਜੱਜ ਦੀ ਜਿਹੜੀ ਮਤਲਬ ਜੱਜਮੈਂਟ ਆਉਣੀ ਹੈ। ਗਵਰਨਮੈਂਟ ਜਿਹੜੀ ਹੈ ਉਹ 2 ਜੱਜਾਂ ਦੇ ਕੋਲੇ ਜਿਹੜਾ ਅਪੀਲ ਪਾ ਸਕਦੀ ਹੈ ਇਸੇ ਹਾਈ ਕੋਰਟ ਦੇ ਵਿੱਚ। ਗਵਰਨਮੈਂਟ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ। ਹੁਣ ਉਹਦਾ ਕਿਸ ਤਰ੍ਹਾਂ ਨਾਲ ਜਿਹੜਾ ਵਾ ਕਿ ਰਿਜ਼ਲਟ ਆਉਂਦਾ ਵਾ, ਕੀ ਕੌਨਸੀਕੁਐਂਸਸ ਹੁੰਦੇ ਆ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ। ਪਰ ਇੱਕ ਗੱਲ ਡੈਫੀਨੇਟ ਹੈ ਕਿ ਜੋ ਇਹਨੂੰ ਸੈਟਬੈਕ ਲੱਗੀ ਹੈ ਪੂਰੀ ਇਨਵੈਸਟੀਗੇਸ਼ਨ ਨੂੰ, ਇਹ ਸਿਰਫ ਇਸ ਕੇਸ 'ਚ ਨਹੀਂ ਨੀਲ ਜੀ, ਜਿਹੜਾ ਹੋਰ ਇਹਦਾ ਜਿਹੜਾ ਇੰਪੈਕਟ ਪੈਣਾ ਨਾ ਉਹ ਜਿਹੜੇ ਬਾਕੀ ਬਗਰਾੜੀ ਵਾਲਾ ਕੇਸ ਜਿਹੜਾ ਹੈ ਦੂਸਰੇ ਕੇਸ ਹੈ ਉਹਨਾਂ ਤੇ ਵੀ ਪੈਣਾ, ਉਹਨਾਂ ਤੇ ਵੀ ਇਹਦਾ ਜਿਹੜਾ ਇੰਪੈਕਟ ਹੈ ਉਹ ਪੈਣਾ। ਇਸ ਕਰਕੇ ਜਿਹੜਾ ਨੁਕਸਾਨ ਹੋਇਆ, ਨੁਕਸਾਨ ਬਹੁਤ ਵੱਡਾ ਕੀਤਾ ਗਿਆ। ਇਹਦੇ ਵਿੱਚੋਂ ਪਤਾ ਨਹੀਂ ਕਿਉਂ ਕੀਤਾ ਗਿਆ, ਕੀ ਹੋਇਆ, ਇਹਦਾ ਕੀ ਸੀ, ਇਹਦੇ ਪਿੱਛੇ ਬੈਕਗਰਾਉਂਡ ਸਾਰਾ ਕੁਝ ਜਿਹੜਾ ਵਾ ਉਹ ਤੇ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ। ਪਰ ਅੱਜ ਫੈਕਟ ਇਹ ਹੈ ਕਿ ਇਹ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਸਾਰੇ ਕੇਸ ਨੂੰ ਹੋਇਆ। ਕੁੰਵਰ ਵਿਜੇ ਪ੍ਰਤਾਪ IPS ਜੋ ਕਿ ਅਸਤੀਫਾ ਦੇ ਚੁੱਕੇ ਨੇ, ਅਸਤੀਫਾ ਸੰਬੰਧਤ ਜੋ ਮੁੱਖ ਅਥਾਰਟੀ ਹੈ ਕੇਂਦਰੀ ਗ੍ਰਹਿ ਮੰਤਰੀ ਉਹਦੇ ਵੱਲੋਂ ਮਨਜ਼ੂਰ ਨਾ ਹੋਣ ਕਾਰਨ ਅੱਜ ਦੀ ਤਰੀਕ ਵਿੱਚ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਆ ਉਦੋਂ ਤੱਕ ਉਹ ਪੰਜਾਬ ਸਰਕਾਰ ਦੇ ਤਹਿਤ ਕੰਮ ਕਰਦੇ IPS ਅਧਿਕਾਰੀ ਹਨ, IG ਰੈਂਕ ਦੇ। ਪਰ ਇਸ ਸਾਰੇ ਕੁਝ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਾਇਕ ਨੇ, ਖਲਨਾਇਕ ਨੇ ਜਾਂ ਫਿਰ ਵਿਚਾਰੇ ਕਠਪੁਤਲੀ ਸਾਬਤ ਹੋ ਕੇ ਰਹਿ ਗਏ ਨੇ। ਇਹ ਨਿਰਣਾ ਮੇਰੇ ਖਿਆਲ 'ਚ ਜੋ ਅਸੀਂ ਗੁਫ਼ਤਗੂ ਕੀਤੀ ਹੈ ਇਹਦੇ ਆਧਾਰ ਤੇ ਤੁਸੀਂ ਕਰਨਾ ਹੈ, ਅਸੀਂ ਜਜਮੈਂਟਲ ਨਹੀਂ ਆ। ਐਡ 2 ਚੀਜ਼ਾਂ ਕਰਨੀਆਂ ਸਿਰਫ ਫਾਈਨਲੀ ਜਿਹੜਾ ਜੀ। ਨੰਬਰ 1 ਕਿ ਜਿਹੜੀ ਉਹਦੀ ਪਹਿਲਾ ਇੰਟਰਵਿਊ ਆਈ ਹੈ ਦੂਜੀ ਜਗ੍ਹਾ ਤੇ, ਉਹ ਕਹਿੰਦਾ ਕਿ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਨੁਕਸਾਨ ਜਿਹੜਾ ਹੋਏਗਾ। ਉਹ ਹੀਰੋ ਬਣ ਜਾਂਦਾ ਉਸ ਵੇਲੇ ਆ ਕੇ ਜਿਹੜਾ ਇਹ ਕਹਿੰਦਾ ਵੀ ਆ ਚੱਕੋ ਮੇਰਾ ਅਸਤੀਫਾ, ਮੈਂ ਜਿਹੜਾ ਵਾ IPS ਤੋਂ ਅਸਤੀਫਾ ਦੇਣ ਦੀ ਜ਼ਰੂਰਤ ਨਹੀਂ ਸੀ। ਉਹ ਇਨਵੈਸਟੀਗੇਸ਼ਨ ਤੋਂ ਸਿੱਟ ਦੇ ਵਿੱਚੋਂ ਜਿਹੜਾ ਅਸਤੀਫਾ ਦੇ ਕੇ ਪਾਸੇ ਹੋ ਜਾਂਦਾ ਕਿ ਮੈਨੂੰ ਸਰਕਾਰ ਕੋਆਪਰੇਟ ਨਹੀਂ ਕਰ ਰਹੀ, ਮੈਨੂੰ ਵਕੀਲ ਕੋਆਪਰੇਟ ਨਹੀਂ ਕਰ ਰਿਹਾ, ਇਸ ਕਰਕੇ ਮੈਂ ਆਪਣੀ ਡਿਊਟੀ ਜਿਹੜੀ ਹੈ ਪਰਫਾਰਮ ਕਰਨ ਤੋਂ ਅਸਮਰੱਥ, ਤੇ ਇਸ ਕਰਕੇ ਮੈਂ ਜਿਹੜਾ ਵਾ ਉਹ ਪਾਸੇ ਇਹਦੇ ਹੋ ਰਿਹਾ ਜੋ ਕਰਦੇ। ਤਾਂ ਹੀਰੋ ਬਣ ਜਾਂਦਾ, ਹੀਰੋ ਉਸ ਵੇਲੇ ਬਣ ਜਾਂਦਾ, ਪਰ ਨਹੀਂ ਕੀਤਾ ਗਿਆ। ਸਾਰਾ ਕੁਝ ਨੁਕਸਾਨ ਕਰਾ ਕੇ ਇਹ TV ਤੇ ਹੁਣ ਜਿਹੜੀਆਂ ਇੰਟਰਵਿਊ ਦੇ ਰਿਹਾ ਕਿ 55 ਲੱਖ ਦਾ ਵਕੀਲ ਕੀਤਾ ਸੀ, ਇਹ ਕੀਤਾ ਸੀ, ਇਟ ਡਜ਼ ਨੋਟ ਮੈਟਰ। ਸਰਕਾਰ ਜਿਹੜੀ ਹੈ ਚਾਹੇ 55 ਲੱਖ ਦਾ ਕਰੇ, ਚਾਹੇ ਕਰੋੜ ਦਾ ਕਰੇ, 5 ਕਰੋੜ ਦਾ ਕਰੇ, IO ਦਾ ਇਹਦੇ ਵਿੱਚ ਕੋਈ ਬਿਜ਼ਨਸ ਨਹੀਂ ਹੈ। IO ਦਾ ਕੰਮ ਹੈ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪ੍ਰੋਪਰ ਕਰਨੀ। ਇਸ ਕਰਕੇ ਇਹੋ ਜਿਹੇ ਬਹਾਨੇ ਲਾ ਕੇ ਹੁਣ ਧਿਆਨ ਦੂਜੇ ਪਾਸੇ ਕਰਨ ਦਾ, ਆਪਣੀਆਂ ਫਲੇਅਰਸ ਤੋਂ ਜਿਹੜਾ ਵਕੀਲ ਭਾਵੇਂ ਦੂਜੇ ਪਾਸੇ ਕਰਨ ਦਾ, ਭਾਵੇਂ ਇੱਕ ਹੋਵੇ ਭਾਵੇਂ ਕਰੋੜ ਹੋਵੇ, ਹਾਂ ਕਰੋੜ ਦਾ ਹੋਵੇ, ਪਰ ਵਕੀਲ ਨੇ ਨਹੀਂ ਵਕੀਲ ਨੇ ਜਿਹੜੀ ਅੱਗੇ ਗੱਲ ਰੱਖਣੀ ਆ, ਪੁੱਟ ਕਰਨੀ ਹੈ, ਉਹ ਉਸੇ ਬੇਸ ਤੇ ਰੱਖਣੀ ਹੈ। ਜਾਂਚ ਟੀਮ ਜੋ ਪੇਸ਼ ਕਰੇਗੀ ਬਿਲਕੁਲ ਉਸੇ ਤੇ ਕਰੇਗੀ ਨਾ। ਉਹ ਆਪਣੇ ਕੋਲੋਂ ਤਾਂ ਕੁਝ ਬਣਾਉਣਾ ਨਹੀਂ। ਅਸੀਂ ਵਕੀਲ ਜਦੋਂ ਕੇਸ ਕਰਦੇ ਆ, ਮੈਂ ਆਪਣੇ ਕੋਲੋਂ ਤਾਂ ਕੋਈ ਡਾਕੂਮੈਂਟ ਨਹੀਂ ਬਣਾਉਂਦਾ। ਚਲਾਨ ਆਇਆ ਹੁੰਦਾ, FIR ਆਈ ਹੁੰਦੀ ਆ, ਗਵਾਹੀ ਜਿਹੜੇ ਆ ਗਵਾਹਾਂ ਦੇ ਬਿਆਨ ਹੁੰਦੇ ਆ, ਉਹਦੇ ਤੋਂ ਹੀ ਕੇਸ ਕਰਨਾ ਨਾ। ਤੇ ਜੇ ਉਹਦੇ ਵਿੱਚ ਜਿਹੜੀਆਂ ਇੰਨੀਆਂ ਬਲੰਡਰਸ ਹੋ ਗਈਆਂ ਹੋਣ ਤੇ ਵਕੀਲ ਵੀ ਉੱਥੇ ਕੀ ਕਰੇਗਾ। ਇਸ ਕਰਕੇ ਇਸ ਨੂੰ ਜਿਹੜੀ ਹੁਣ ਹੈ ਜਿਹੜੇ ਬਹਾਨੇਬਾਜ਼ੀ ਕਰਕੇ ਜਿਹੜਾ ਬਣਾ ਰਿਹਾ ਕਿ ਇਹ ਕਰਕੇ ਹੋਇਆ, ਇਹਨੂੰ ਚਾਹੀਦਾ ਸੀ ਉਸ ਵੇਲੇ ਜਿਹੜਾ ਕਰਦਾ, ਇਹ ਹੀਰੋ ਹੁੰਦਾ। ਪੰਜਾਬ ਦੇ ਲੋਕ ਜਿਹੜੀ ਇੱਜ਼ਤ ਵੀ ਕਰਦੇ। ਹੁਣ ਸਾਰਾ ਕੁਝ ਨੁਕਸਾਨ ਕਰਾ ਕੇ ਕੇਸ ਦਾ ਜ਼ੀਰੋ ਕਰਕੇ ਤੇ ਹੁਣ ਜਿਹੜਾ ਦੂਜਿਆਂ ਤੇ ਜ਼ਿੰਮੇਵਾਰੀ ਸੁੱਟ ਰਿਹਾ, ਇਹ ਜਿਹੜਾ ਇੱਕ ਜ਼ਮੀਰ ਵਾਲੇ ਬੰਦੇ ਦਾ ਜਿਹੜਾ ਵਾ ਉਹ ਕੰਮ ਨਹੀਂ ਹੈ। ਫਲਿਓਰ ਹੋਈ ਹੈ ਤੇ ਉਹਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਆ ਉਹ ਉਸ ਆਫੀਸਰ ਨੂੰ ਜਿਹੜੀ ਲੈਣੀ ਬਣਦੀ ਆ, ਹੋਰ ਕੁਛ ਤੇ ਖਾਸ ਕਰ ਉਸ ਆਫੀਸਰ ਨੂੰ ਜਿਸ ਦੇ ਸਬੰਧ ਭਾਰਤੀ ਜਨਤਾ ਪਾਰਟੀ ਦੇ ਨਾਲ ਅਸਿੱਧੇ ਤੌਰ ਦੇ ਉੱਤੇ
ਸਾਨੂੰ ਦਿਸਦੇ ਹੋਣ। ਮਤਲਬ ਆਪਾਂ ਚਲੋ ਇਹ ਨਹੀਂ ਕਹਿੰਦੇ ਕਿ ਉਹ ਸਿੱਧੇ ਜਾ ਕੇ ਨਾਗਪੁਰ ਜਾ ਕੇ ਮਿਲਦੇ ਨੇ RSS ਵਾਲਿਆਂ ਨੂੰ, ਕਿਤੇ ਹੋਰ ਮਿਲਦੇ ਨੇ, ਪਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਗਵਰਨਰ ਦੇ ਉੱਥੇ ਆਣ ਜਾਣ ਉਹਨਾਂ ਦਾ ਹੈਗਾ ਸੀ, ਜਾਂ ਹੋਰ ਗੱਲਾਂ ਉਹ ਜਿਸ ਤਰ੍ਹਾਂ ਦੀਆਂ ਕਰਦੇ ਨੇ, ਜਾਂ ਜਿਸ ਤਰ੍ਹਾਂ ਲੱਗਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲ ਕੇ ਆਏ ਸੀ ਤਾਂ ਉੱਥੋਂ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ, ਜੋ ਮੈਨੂੰ ਨਿੱਜੀ ਤੌਰ ਤੇ ਪਤਾ ਲੱਗਿਆ ਸੀ ਕਿਤੋਂ, ਜਾਂ ਹੋਰ ਲੋਕਾਂ ਨੂੰ ਮਿਲਦੇ ਰਹੇ ਨੇ, ਸਿਆਸੀ ਲੋਕਾਂ ਨੂੰ ਵੀ ਮਿਲਦੇ ਰਹੇ ਨੇ, ਉਹ ਜਿਹੜਾ ਹੋਰ ਥੋੜਾ ਜਿਹਾ ਸ਼ੱਕੀ ਬਣਾਉਂਦੀਆਂ ਨੇ। ਮੈਂ ਦੁਬਾਰਾ ਕਹਿੰਦਾ ਕਿ ਫੈਸਲਾ ਤੁਸੀਂ ਕਰਨਾ ਹੈ ਇਸ ਸਾਰੇ ਘਟਨਾਕ੍ਰਮ ਦਾ, ਸਾਰੀ ਇਸ ਇਬਾਰਤ ਦਾ, ਸਾਰੀ ਇਸ ਕਹਾਣੀ ਦਾ ਨਾਇਕ ਕੌਣ ਹੈ, ਖਲਨਾਇਕ ਕੌਣ ਹੈ ਤੇ ਕਠਪੁਤਲੀ ਕੌਣ ਹੈ। ਬਹੁਤ ਸ਼ੁਕਰੀਆ ਐਡਵੋਕੇਟ HS ਬਾਟ ਸਾਡੇ ਨਾਲ ਜੁੜਨ ਬਹੁਤ ਵਾਸਤੇ। ਮਿਹਰਬਾਨੀ ਜੀ, ਥੈਂਕ ਯੂ ਜੀ।